सत श्री अकाल दरबारे अकाल देग देग फतेह खालसे पंथ दी चढ़दी कला रखो जी महाराज। गुरु रूप प्यारे साध संगत जे सज जाओ प्रेम नाल अमृतमय गुरबाणी दे लड़ीवार कथा सरवण करो जी। सतनाम श्री वाहेगुरु साहिब जीओ। एक ओंकार सतनाम करता पुरख निरपौ निर्वैर अकाल मूरत अजूनि सैभं गुर प्रसाद। जपो आद सच जुगाद सच है पे सच नानक होसे पे सच। चक्र चिहन अर बरन जात अर पात नहन जेह। रूप रंग अर रेख पेख को कह ना सकत केह। अचल मूरत अनपौ प्रकाश हमें तोज कहे जय। कोट इंद्र इंद्राण साहे सहाण गण जय। तिर पवन महेप सुर नर असुर नेत नेत बन तिरण कहत। तब सर्व नाम कथा कवन कर्म नाम वर्णत सुमत। बसंत चढ़या फूले बन राये यह जिय जंत फूल है हर चत लाए। शेष नाग सिर सहस बनाए द्वैसहंस रसनाह सुहाए। रटत अब लगे नाम अपारा तुमरो तओ ना पावत पारा। हर कीरत कल जुग विच उत्तम
मत गुरमत कथा भजन्ते जिन जन सुने मने है जिन जन तिस जन कै सब भूख लहन्ते नानक जन हर कथा सुन त्रपते जप हर 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 होवन्ते ज्ञान अंजन गुर दिया अज्ञान अंधेर विनाश हर कृपा ते शांत पिटिया नानक मन परगास अमृत बाणे हर हर तेरे सुन सुन होवै परम गत मेरे जलन बुझे शीतल होए मनुआ सतगुर का दर्शन पाए जेओ मूक उचरै शास्त्र खट पिंग गिरन चढ़ जाए अंध लखै बदरो सुनै जो काल कृपा कराए कहाँ बुध प्रभ तुच्छ हमारे बरन सकै महिमा जो तिहारे हम ना सकत कर सिफत तुम्हारे आप ले हो तुम कथा सुधारे हम ना सकत कर सिफत तुम्हारे आप ले हो तुम कथा सुधारे सतनाम श्री वाहिगुरु जी सलोक पतित असंख पुनीत कर पुनः पुनः बलहार नानक राम नाम जप पाव को तिन किल बिख दाहन हार पतित असंख पुनीत कर पुनः पुनः बलहार नानक राम नाम जप पाव को तिन किल बिख दाहन हार छंत जप मना तू राम नारायण गोविंदा हर माधो त्याय मना मुरार मुकंदे कटिए काल दुख फादो दुख हरण दीन शरण श्री धर चरण कमल आराधिया जम पंथ बिखड़ा अगन सागर निमख सिमरत साधिया कल मलह दहता सुध करता दिनस रैन आराधो बिनवंत नानक करो कृपा गोपाल गोविंद माधो
ਕਲ ਮਲਹਿ ਦਹਤਾ ਸੁਧ ਕਰਤਾ ਦਿਨਸ ਰੈਣ ਆਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰ ਪਰਮੇਸ਼ਰ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਕਰੋੜਾਂ ਬ੍ਰਹਮੰਡਾਂ ਦੇ ਮਾਲਿਕ ਬ੍ਰਹਮ ਗਿਆਨ ਦੇ ਸੂਰਜ ਬਖਸ਼ਿਸ਼ਾਂ ਦੇ ਸਾਗਰ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਪੰਥ ਕੇ ਵਾਲੀ ਆਪੇ ਗੁਰ ਚੇਲਾ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਇਆਲਤਾ ਕਿਰਪਾਲਤਾ ਬਖਸ਼ਿਸ਼ ਮਿਹਰ ਕਰਕੇ ਸਰਬਤ ਜੀਵਾਂ ਨੂੰ ਆਪਣੇ ਦਰ ਘਰ ਵਿਖੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਮੁਕੱਦਸ ਸਤ ਸੰਗਤ ਰੂਪੀ ਗੋਦ ਅਤੇ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਵਡਭਾਗੀ ਜਨਾਂ ਨੇ ਗੁਰ ਚਰਨਾਂ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ ਸ਼ਰਵਣ ਅਤੇ ਗਾਇਨ ਕਰਕੇ ਆਤਮਿਕ ਲਾਹੇ ਪ੍ਰਾਪਤ ਕਰਨਾ ਕੀਤੇ ਨੇ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨੇ ਦਾ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੀਵਨ ਪਾਵਨ ਉਪਦੇਸ਼ ਆਪਣੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਬਖਸ਼ਿਸ਼ ਕਰਕੇ ਕਿਰਤਾਰਥ ਕਰ ਰਹੇ ਨੇ। ਸਰਬਤ ਮਾਈ ਭਾਈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਨਾਮ ਹਿਰਦੇ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਹਿਤ ਪਿਆਰ ਦੇ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਆਪ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕਰਨਾ ਕੀਤੀ ਹੈ। ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜਿਹੜਾ ਮਨ ਹੈ ਇਹ ਬੜਾ ਆਲਸੀ ਹੈ। ਬੁਰਿਆਈ ਕਰਨ ਵਾਸਤੇ ਤਾਂ ਬੜਾ ਤਕੜਾ ਹੋ ਜਾਂਦਾ ਹੈ ਪਰ ਨਾਮ ਜਪਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਕਮਜ਼ੋਰ ਪੈ ਜਾਂਦਾ ਹੈ। ਜਿਵੇਂ ਸਤਿਗੁਰੂ ਜੀ ਦੇ ਵੀ ਅੰਮ੍ਰਿਤਮਈ ਬਚਨ ਨੇ ਨਾ ਚੰਗਿਆਈ ਆਲਸ ਕਰੇ ਬੁਰਿਆਈ ਹੋਏ ਸ਼ੇਰ। ਚੰਗੇ ਕੰਮ ਕਰਨ ਵਾਸਤੇ ਤੇ ਰਤਾ ਕੀ ਰਹਿ ਜਾਂਦਾ ਹੈ ਮਾਸਾ ਕੀ ਹੋ ਜਾਂਦਾ ਹੈ। ਇਸੇ ਪ੍ਰਕਾਰ ਬਹੁਤਾ ਆਲਸ ਕਰਦਾ ਹੈ ਤੇ ਮਾੜੇ ਕੰਮ ਕਰਨ ਵਾਸਤੇ ਪੂਰਾ ਸ਼ੇਰ ਹੋ ਜਾਂਦਾ ਹੈ ਅਥਵਾ ਬੜਾ ਦਲੇਰ ਬਣ ਕੇ ਸ਼ੇਰ ਹੋ ਜਾਂਦਾ ਹੈ। ਇਸ ਪ੍ਰਕਾਰ ਸੁੱਖਾਂ ਨੇ ਵੀ ਬੇਨਤੀ ਕਰਨਾ ਕੀਤੀ ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬੁਰਾਈਆਂ ਕਰਨ ਵਾਸਤੇ ਤੇ ਮਨ ਬੜਾ ਤਕੜਾ ਹੋ ਜਾਂਦਾ ਹੈ ਬੜਾ ਬਲਵਾਨ ਹੋ ਜਾਂਦਾ ਹੈ ਪਰ ਗਰੀਬ ਨਿਵਾਜ ਜਦੋਂ ਨਾਮ ਜਪਣਾ ਹੁੰਦਾ ਹੈ ਫਿਰ ਬੜਾ ਆਲਸ ਕਰਦਾ ਹੈ ਫਿਰ ਬੜੀ ਕਮਜ਼ੋਰੀ ਦਿਖਾਉਂਦਾ ਹੈ ਬੜਾ ਕਮਦਿਲਾ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਹ ਜਿਹੜਾ ਮਨ ਹੈ ਨਾਮ ਸਿਮਰਨ ਵੱਲ ਨਾ ਜੁੜੇ ਉਸ ਵੇਲੇ ਕੀ ਕਰਨਾ ਕਰੀਏ ਤੇ ਸਾਹਿਬ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਵਚਨ ਫਰਮਾਉਂਦੇ ਹਨ ਜੀ। ਸ਼ਲੋਕ ਦੁਆਰਾ ਸਾਹਿਬ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਹਨ ਜੀ। ਸੋ ਜਿਵੇਂ ਪਹਿਲੇ ਦੋ ਸ਼ਬਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ
ਇਸ ਰਾਗ ਦੇ ਅੰਦਰ ਆ ਚੁੱਕੇ ਹਨ। ਸੋ ਜਿਹੜਾ ਕੱਲ ਵਾਲਾ ਸ਼ਬਦ ਸ਼ਰਵਣ ਕਰਨਾ ਕੀਤਾ ਸੀ ਬਾਬਾ ਮੋਹਨ ਜੀ ਦੇ ਪਰਥਾਏ ਅੰਤਰੀਵ ਅਰਥਾਂ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦੇ ਉਪਦੇਸ਼ ਵਾਸਤੇ ਸੀ। ਹੁਣ ਤੀਜਾ ਜਿਹੜਾ ਸ਼ਬਦ ਹੈ ਉਹ ਸ਼ੰਤ ਦੇ ਸਹਿਤ ਗਰੀਬ ਨਿਵਾਜ ਸਾਹਿਬ ਜੀ ਸੋ ਸ਼ੰਤ ਨੂੰ ਸ਼ਲੋਕ ਦੇ ਸਹਿਤ ਉਚਾਰਨਾ ਕਰਦੇ ਨੇ। ਸੋ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਦੇ ਹਨ ਜੀ। ਪਤਿਤ ਅਸੰਖ ਪੁਨੀਤ ਕਰ। ਹੇ ਸਿੱਖੋ, ਆਪਣੇ ਮਨ ਨੂੰ ਇਸ ਪ੍ਰਕਾਰ ਸਿੱਖਿਆ ਦੇਣੀ ਚਾਹੀਦੀ ਹੈ। ਹੇ ਮੇਰਿਆ ਮਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਹੀ ਤੇਰੇ ਵਾਸਤੇ ਯੋਗ ਹੈ, ਕਿਉਂਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੇ ਅਸੰਖਾ ਹੀ ਪਤਤਾਂ ਨੂੰ ਪੁਨੀਤ ਕਰ ਦਿੱਤਾ ਹੈ। ਪਤਿਤ ਤੋਂ ਭਾਵ ਹੁੰਦਾ ਜਿਹੜਾ ਇਨਸਾਨ ਕਰਮ ਧਰਮ ਤੋਂ ਡਿੱਗਿਆ ਹੋਵੇ, ਜਿਸ ਦਾ ਪਤਨ ਹੋ ਗਿਆ ਹੋਵੇ, ਜਿਹੜਾ ਆਪਣੀ ਪਦਵੀ ਆਪਣੇ ਸਥਾਨ ਤੇ ਸਥਿਰ ਨਾ ਰਹਿਆ ਹੋਵੇ, ਗਿਰ ਗਿਆ ਹੋਵੇ। ਇਸ ਪ੍ਰਕਾਰ ਜਿਹੜੇ ਇਨਸਾਨ ਇਨਸਾਨੀ ਪਦਵੀ ਤੋਂ ਹੀ ਗਿਰ ਗਏ, ਪਾਪੀ ਹੋ ਗਏ, ਨੀਚ ਹੋ ਗਏ, ਅਧਰਮੀ ਹੋ ਗਏ, ਕੁਕਰਮੀ ਹੋ ਗਏ, ਪਤਿਤ ਹੋ ਗਏ, ਇਨਸਾਨੀ ਪਦਵੀ ਤੋਂ ਹੀ ਗਿਰ ਗਏ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੇ ਤਿਨਾਂ ਨੂੰ ਵੀ ਤਾਰਿਆ ਹੈ। ਐਸਾ ਇਹ ਵਾਹਿਗੁਰੂ ਜੀ ਦਾ ਨਾਮ ਹੈ। ਗਨਕਾ ਪਾਪਣ ਨੂੰ ਵੀ ਤਾਰਿਆ ਹੈ, ਅਜਾਮਲ ਪਾਪੀ ਵਰਗਿਆਂ ਨੂੰ ਵੀ ਤਾਰਿਆ ਹੈ, ਨੀਚਾਂ ਨੂੰ, ਅਧਰਮੀਆਂ ਨੂੰ, ਝੂਠਿਆਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਸਭਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਨੇ ਤਾਰਨਾ ਕੀਤਾ ਹੈ। ਸੋ ਗਰੀਬ ਨਿਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾਮ ਦੁਆਰਾ ਸੱਜਣ ਠੱਗ ਨੂੰ ਵੀ ਤਾਰਿਆ ਹੈ, ਇਸੇ ਪ੍ਰਕਾਰ ਦੈਂਤਾਂ ਨੂੰ ਵੀ ਤਾਰਿਆ ਹੈ, ਬਹੁਤਿਆਂ ਨੀਚਾਂ ਤੇ ਅਧਰਮੀਆਂ ਨੂੰ ਵੀ ਤਾਰਨਾ ਕੀਤਾ ਹੈ। ਪਤਤ ਅਸੰਖ। ਸੋ ਕਿਤਨੇ ਕੁ ਤਾਰੇ ਨੇ ਮਹਾਰਾਜ ਜੀ ਪਤਤ? ਹਜ਼ੂਰ ਫਰਮਾਉਂਦੇ ਨੇ ਭਾਈ ਅਸੰਖਾਂ ਹੀ ਤਾਰੇ ਨੇ, ਕੋਈ ਇੱਕ ਹੋਵੇ ਤੇ ਗਿਣਤੀ ਕਰੀਏ ਨਾ। ਅਸੰਖਾਂ ਹੀ ਪਤਤਾਂ ਨੂੰ ਜਿਸ ਨਾਮ ਨੇ ਪੁਨੀਤ ਕਰਕੇ ਪਵਿੱਤਰ ਕਰਕੇ ਸੰਸਾਰ ਸਾਗਰ ਤੋਂ ਸਹਜੇ ਹੀ ਸੁਭਾਵਕ ਹੀ ਤਾਰ ਦੇਣਾ ਕੀਤਾ ਹੈ। ਪੁਨః ਪੁਨః ਬਲਹਾਰ। ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਅਥਵਾ ਇਸ ਦੇ ਨਾਮ ਤੋਂ ਪੁਨઃ ਪੁਨઃ ਬਾਰ ਬਾਰ ਮੁੜ ਮੁੜ ਕੇ ਬਲਿਹਾਰ ਜਾਣਾ ਕਰੀਏ, ਕੁਰਬਾਨ ਜਾਣਾ ਕਰੀਏ। ਨਾਨਕ RAM ਨਾਮ ਜਪ ਪਾਵਕੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜਿਹੜਾ ਨਾਮ ਹੈ ਇਹ ਪਤਤਾਂ ਨੂੰ ਪਾਵਨ ਕਿਵੇਂ ਕਰ ਲੈਂਦਾ ਹੈ? ਹਜ਼ੂਰ ਫਰਮਾਵਣਾ ਕਰਦੇ ਹਨ, ਭਾਈ ਇਹ ਜਿਹੜਾ ਨਾਮ ਹੈ ਨਾ, ਇਸ ਪ੍ਰਕਾਰ ਪਤਤਾਂ ਨੂੰ ਪਾਵਨ ਕਰ ਲੈਂਦਾ ਹੈ ਜਿਸ ਪ੍ਰਕਾਰ ਅੱਗ ਹੈ ਸਾਰੇ ਤ੍ਰਿਣ ਕੱਖਾਂ ਨੂੰ, ਤੀਲਿਆਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਨਾਨਕ RAM ਨਾਮ ਜਪ ਸੋ ਪਾਵਕੋ। ਜੋ RAM ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ, ਇਹ ਅੱਗ ਦੀ ਨਿਆਈ ਸਮੂਹ ਪਾਪਾਂ ਨੂੰ ਸਾੜ ਦੇਣ ਵਾਲਾ ਹੈ। ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਲੱਖ ਮੜਿਆ ਕਰ ਇਕੱਠੇ ਏਕ ਰਤੀ ਲੈ ਭਾਹੇ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਫਰਮਾਨ ਕਰਨਾ ਕਰਦੇ ਨੇ, ਭਾਈ ਲੱਖਾਂ ਮਣ ਲੱਕੜਾਂ ਦਾ ਢੇਰ ਲੱਗਾ ਹੋਵੇ, ਏਕ ਰੱਤੀ ਲੈ ਭਾਹੇ। ਭਾਹੇ ਨਾਮ ਅੱਗ ਦਾ ਹੈ। ਇੱਕ ਰੱਤੀ ਮਾਤਰ, ਰੰਚਕ ਮਾਤਰ, ਇੱਕ ਚੰਗਿਆੜੀ ਅੱਗ ਦੀ ਲਗਾ ਦਿੱਤੀ ਜਾਵੇ, ਲੱਖਾਂ ਮਣ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਸੇ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਵਾਹਿਗੁਰੂ ਜੀ ਦਾ ਜਿਹੜਾ ਜਪਣੇ ਯੋਗ ਨਾਮ ਹੈ, ਇਸ ਨੂੰ ਜਪਣਾ ਕਰੋ, ਜਿਹੜਾ ਸਮੂਹ ਪਾਪਾਂ ਨੂੰ ਸਾੜਨ ਦੇ ਵਾਸਤੇ ਅੱਗ ਦੀ ਨਿਆਈ ਹੈ। ਤਿਨ ਕਿਲ ਬਿਖ ਦਾਹਨ ਹਾਰ। ਸੋ ਜਿਸ ਪ੍ਰਕਾਰ ਪ੍ਰਤੱਖ ਜਿਹੜੀ ਅੱਗ ਹੈ ਘਾਹ ਨੂੰ, ਤ੍ਰਿਣ ਨੂੰ, ਕੱਖਾਂ ਨੂੰ, ਲੱਕੜਾਂ ਨੂੰ, ਬਾਲਣ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਸੇ ਪ੍ਰਕਾਰ ਜਿਹੜਾ ਨਾਮ ਹੈ ਤਿੰਨ ਸਮੂਹ ਜਿਹੜੇ ਕਿਲ ਬਿਖ ਪਾਪ ਹਨ, ਬੱਜਰ ਪਾਪ ਹਨ, ਵੱਡੇ ਗੁਨਾਹ ਹਨ, ਤਿੰਨਾਂ ਵੱਡਿਆਂ ਗੁਨਾਹਾਂ ਸਾਰਿਆਂ ਨੂੰ ਵੀ ਦਾਹਨ ਹਾਰ ਸਾੜ ਦੇਣ ਵਾਲਾ ਹੈ, ਸਾੜ ਕੇ ਸਵਾਹ ਕਰ ਦੇਣ ਵਾਲਾ ਹੈ, ਕੱਟ ਦੇਣ ਵਾਲਾ ਹੈ, ਸਮੂਹ ਪਾਪਾਂ ਨੂੰ ਅਭਾਵ ਕਰ ਦੇਣ ਵਾਲਾ ਹੈ। ਐਸਾ ਸਤਿਗੁਰੂ ਜੀ ਦਾ ਪਵਿੱਤਰ ਨਾਮ ਹੈ। ਸੰਤ ਸ਼ੰਤ ਦੁਆਰਾ ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਹਨ। ਸੋ ਇਹ ਕਾਵ ਅਤੇ ਸੰਗੀਤ ਨੂੰ ਮਿਲਾ ਕਰਕੇ ਹਰੀ ਵਾਹਿਗੁਰੂ ਜੀ ਦਾ ਜਸ ਉਚਾਰਿਆ ਹੈ। ਇਸ ਪ੍ਰਕਾਰ ਛੰਦ ਤੋਂ ਸ਼ੰਤ ਹੈ ਜੋ ਵਾਹਿਗੁਰੂ ਜੀ ਦਾ ਜਸ ਰੂਪ ਹੈ। ਜਪ ਮਨਾ ਤੂੰ
ਰਾਮ ਨਾਰਾਇਣ ਗੋਬਿੰਦਾ ਹਰ ਮਾਧੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਜਿਹੜਾ ਸਾਰਾ ਦਾ ਸਾਰਾ ਅਸਤੋਤਰ ਹੈ, ਸਾਰਾ ਦਾ ਸਾਰਾ ਗੁਰ ਸ਼ਬਦ ਹੈ, ਅਸਤੋਤਰ ਵਜੋਂ ਉਚਾਰਨਾ ਕਰਦੇ ਨੇ। ਜਿਸ ਪ੍ਰਕਾਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਾਣੀ ਜਾਪ ਸਾਹਿਬ ਜੀ ਦਾ ਪਾਠ ਸਰਬਤ ਮਾਈ ਭਾਈ ਕਰਦੇ ਹਨ, ਸਾਧ ਸੰਗਤ ਜੀ ਵਾਹਿਗੁਰੂ ਜੀ ਦੇ 201 ਨਾਮਾਂ ਦਾ ਕਥਨ ਕਰਨਾ ਕੀਤਾ ਹੈ। ਇਸੇ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਨਾਮਾਂ ਦਾ ਇਸ ਸ਼ਬਦ ਦੇ ਅੰਦਰ ਕਥਨ ਕਰਨਾ ਕੀਤਾ ਹੈ। ਤੇ ਪੰਜਵੇਂ ਪਾਤਸ਼ਾਹ ਜੀ ਨੇ ਲਗਭਗ 40 ਨਾਮ ਪਰਮਾਤਮਾ ਦੇ ਇਸ ਇੱਕ ਹੀ ਸ਼ਬਦ ਦੇ ਅੰਦਰ ਉਚਾਰਨ ਕਰਕੇ ਸੋ ਨਾਮਾਂ ਦਾ ਮੰਗਲ ਕੀਤਾ ਹੈ, ਨਾਮਾਂ ਦਾ ਸਤੋਤਰ ਸਾਹਿਬ ਜੀ ਨੇ ਉਚਾਰਨਾ ਕੀਤਾ ਹੈ। ਹਜ਼ੂਰ ਸਿੱਖਿਆ ਦਿੰਦੇ ਨੇ ਭਾਈ, ਜਦੋਂ ਵੀ ਇਹ ਜਿਹੜਾ ਮਨ ਹੈ ਨਾਮ ਜਪਣ ਤੋਂ ਆਲਸ ਕਰੇ ਨਾ, ਤੇ ਸਿੱਖਿਆ ਦੇਣੀ ਹੈ ਜਪ ਮਨਾ, ਹੇ ਮੇਰਿਆ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਦਾ ਨਾਮ ਨਾਰਾਇਣ ਹੈ, ਜੋ ਰਾਮ ਰਮਿਆ ਹੋਇਆ ਹੈ, ਰਾਮ ਰਮੰਤੀ ਰਾਮਈਆ, ਐਸੇ ਪ੍ਰਮਾਤਮਾ ਜੀ ਦੇ ਨਾਮ ਨੂੰ ਉਚਾਰਨਾ ਕਰ ਜਿਹੜਾ ਕੇਵਲ ਤਾਂ ਕੇਵਲ ਵਾਹਿਦ ਇੱਕ ਸਰੂਪ ਤੇ ਕਣ ਕਣ ਦੇ ਅੰਦਰ ਰਮਿਆ ਹੋਇਆ ਹੈ। ਸਾਧ ਸੰਗਤ ਜੀ ਭਾਵੇਂ ਨਾਮ ਮਾਤਰ ਦੇ ਰਾਮ ਤਾਂ ਬੜੇ ਹੋਏ ਨੇ, ਸੋ ਪਰ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਰਮਿਆ ਹੋਇਆ ਹੈ ਜ਼ਰੇ ਜ਼ਰੇ ਦੇ ਅੰਦਰ, ਉਹ ਇੱਕ ਹੀ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮਹਿ ਲੇਟਾ, ਏਕ ਰਾਮ ਕਾ ਸਰਬ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਸੋ ਇਸੇ ਪ੍ਰਕਾਰ ਜਲਨ ਭਗਤ ਜੀ ਨੂੰ ਪੁੱਛਣਾ ਕੀਤਾ ਭਾਈ ਸੋ ਰਾਮ ਜੀ ਕਿਹੜਾ ਹੈ, ਤੇ ਤਿੰਨਾਂ ਨੇ ਬਚਨ ਕਰਨਾ ਕੀਤਾ ਇੱਕ ਰਾਮ ਤੇ ਦਸ਼ਰਥ ਦਾ ਬੇਟਾ ਹੈ। ਇੱਕ ਰਾਮਚੰਦਰ ਉਹ ਹੈ ਜਿਹੜਾ ਹਿਰਦੇ ਦੇ ਅੰਦਰ ਲੇਟਿਆ ਹੋਇਆ ਭਾਵ ਸੁਭਾਈਮਾਨ ਬਿਰਾਜਮਾਨ ਹੈ। ਇੱਕ ਰਾਮ ਉਹ ਹੈ ਜਿਹੜਾ ਸਾਰੇ ਪਸਾਰੇ ਦੇ ਅੰਦਰ ਸਮਾਇਆ ਹੋਇਆ ਹੈ, ਪਰ ਇੱਕ ਰਾਮ ਉਹ ਹੈ ਜਿਹੜਾ ਸਾਰੇ ਪਸਾਰੇ ਤੋਂ ਅਲੱਗ ਹੈ। ਪੁੱਛਣਾ ਕੀਤਾ ਜੀ ਕੌਣ ਰਾਮ ਦਸ਼ਰਥ ਕਾ ਬੇਟਾ, ਕੌਣ ਰਾਮ ਘਟ ਘਟ ਮਹਿ ਲੇਟਾ। ਉਹ ਕਿਹੜਾ ਰਾਮ ਹੈ ਜਿਹੜਾ ਦਸ਼ਰਥ ਦਾ ਬੇਟਾ ਹੈ, ਉਹ ਕਿਹੜਾ ਰਾਮ ਹੈ ਜਿਹੜਾ ਹਿਰਦੇ ਦੇ ਅੰਦਰ ਲੇਟਿਆ ਹੋਇਆ ਹੈ। ਕੌਣ ਰਾਮ ਕਾ ਸਰਬ ਪਸਾਰਾ, ਕੌਣ ਰਾਮ ਸਭ ਹੂੰ ਤੇ ਨਿਆਰਾ। ਉਹ ਕਿਹੜਾ ਰਾਮ ਹੈ ਜਿਹੜਾ ਸਾਰੇ ਪਸਾਰੇ ਦੇ ਅੰਦਰ ਵਸਿਆ, ਉਹ ਕਿਹੜਾ ਰਾਮ ਹੈ ਜਿਹੜਾ ਸਾਰੇ ਪਸਾਰੇ ਤੋਂ ਅਲੱਗ ਹੈ। ਤੇ ਆਪ ਜੀ ਨੇ ਬਚਨ ਕਰਨਾ ਕੀਤਾ ਸਕਾਰ ਰਾਮ ਦਸ਼ਰਥ ਕਾ ਬੇਟਾ, ਆਕਾਰ ਰਾਮ ਘਟ ਘਟ ਮਹਿ ਲੇਟਾ। ਜਿਹੜਾ ਸਕਾਰ ਸਹਿਤ ਆਕਾਰ ਦੇ ਹੈ ਉਹ ਤਾਂ ਰਾਮਚੰਦਰ ਜੀ ਜੋ ਦਸ਼ਰਥ ਦਾ ਬੇਟਾ ਹੋ ਕਰਕੇ ਆਏ ਨੇ। ਤਿੰਨਾਂ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹੈ ਜੋ ਕਿ 14 ਕਲਾ ਸੰਪੂਰਨ ਮੰਨੇ ਗਏ ਨੇ। ਇਸੇ ਪ੍ਰਕਾਰ ਆਕਾਰ ਜਿਤਨੇ ਵੀ ਆਕਾਰ ਸਰੀਰ ਨਜ਼ਰ ਆਉਂਦੇ ਨੇ ਨਾ, ਸਾਰਿਆਂ ਹਿਰਦਿਆਂ ਦੇ ਅੰਦਰ ਸਾਖੀ ਚੇਤਨ ਹੋ ਕਰਕੇ ਆਪ ਹੀ ਵਸਨੇ ਵਾਲਾ ਉਹ ਬ੍ਰਹਮ ਰਾਮ ਹੈ। ਇਸੇ ਪ੍ਰਕਾਰ ਬਿੰਦ ਰਾਮ ਕਾ ਸਗਲ ਪਸਾਰਾ, ਜੋ ਸਾਖੀ ਚੇਤਨ ਹੋ ਕਰਕੇ ਸਭਨਾਂ ਦੇ ਅੰਦਰ ਵਸ ਰਿਹਾ ਹੈ, ਉਸੇ ਦਾ ਹੀ ਸਾਰਾ ਪਸਾਰਾ ਹੈ। ਨਿਰਗੁਣ ਰਾਮ ਸਭ ਹੂੰ ਤੇ ਨਿਆਰਾ, ਜਿਹੜਾ ਨਿਰਗੁਣ ਸਰੂਪ ਹੋ ਕਰਕੇ ਉਹ ਪਰਮਾਤਮਾ ਹੈ ਨਾ, ਸਾਰਿਆਂ ਤੋਂ ਅਲੱਗ ਹੈ, ਸਾਰਿਆਂ ਤੋਂ ਨਿਰਵਾਣ ਹੈ, ਸਾਰਿਆਂ ਤੋਂ ਨਿਰਬੰਧ ਹੈ। ਕਿਸੇ ਪ੍ਰਕਾਰ ਦਾ ਲੇਪ ਸ਼ੇਪ ਨਾ ਲਿਪਿਆ ਤੇ ਉਸ ਨੂੰ ਮੋਹ ਇਤਿਆਦਿਕ ਵਿਕਾਰਾਂ ਦਾ ਕੋਈ ਲੇਪ ਵੀ ਨਹੀਂ ਲੱਗਦਾ ਹੈ। ਇਸ ਪ੍ਰਕਾਰ ਸਭਨਾਂ ਦੇ ਅੰਦਰ ਵਸਦਿਆਂ ਹੋਇਆਂ ਵੀ ਸਭਨਾਂ ਤੋਂ ਅਲੱਗ ਹੈ। ਐਸਾ ਹੈ ਉਸ ਰਾਮ। ਸੋ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ ਐਸਾ ਜਿਹੜਾ ਨਿਰਗੁਣ ਹੋ ਕਰਕੇ ਜ਼ਰਰੇ ਜ਼ਰਰੇ ਦੇ ਅੰਦਰ ਕਣ ਕਣ ਦੇ ਅੰਦਰ ਬਿਰਾਜਮਾਨ ਹੈ ਨਾ, ਐਸੇ ਰਾਮ ਜੀ ਦੇ ਨਾਮ ਨੂੰ ਜਪਣਾ ਕਰੋ। ਭਾਵੇਂ ਇਸੇ ਪ੍ਰਕਾਰ ਕ੍ਰਿਸ਼ਨ ਬਲਭਦਰ, ਸੋ ਕ੍ਰਿਸ਼ਨ ਜੀ ਦੇ ਜਿਹੜੇ ਭਰਾਤਾ ਜੀ ਨੇ ਉਹ ਬਲਭਦਰ ਜੀ ਹੋਏ ਨੇ, ਉਹਨਾਂ ਨੇ ਵੀ ਆਪਣੇ ਆਪ ਨੂੰ ਬਲ ਰਾਮ ਅਖਵਾਵਣਾ ਕੀਤਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਪਰਸਰਾਮ, ਜਿਸ ਨੇ 21 ਵਾਰ ਸ਼ਤਰੰਗਾਂ ਦਾ ਨਾਸ਼ ਕਰਕੇ ਤਿੰਨਾਂ ਦੇ ਖੂਨ ਦੇ ਵਿੱਚ ਇਸ਼ਨਾਨ ਕਰਨਾ ਕੀਤਾ ਸੀ, ਉਸਨੇ ਵੀ ਆਪਣੇ ਆਪ ਨੂੰ ਰਾਮ ਅਖਵਾਇਆ ਹੈ। ਰਾਮਚੰਦਰ ਜੀ ਦਾ ਨਾਮ ਵੀ ਰਾਮ ਹੈ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵੀ ਨਿਰਗੁਣ ਹੋ ਕਰਕੇ ਜ਼ਰਰੇ ਜ਼ਰਰੇ ਦੇ ਅੰਦਰ ਵਿਰਾਜਮਾਨ ਨਹੀਂ। ਜ਼ਰਰੇ ਜ਼ਰਰੇ ਦੇ ਅੰਦਰ ਸ਼ੋਭਨੀਕ ਹੋਣੇ ਵਾਲਾ ਵਸਣੇ ਵਾਲਾ ਕੇਵਲ ਤਾਂ ਕੇਵਲ ਇੱਕ ਰਾਮ ਹੈ, ਰਮਿਆ ਹੋਇਆ ਰਾਮ ਰਮੰਤੀ ਰਾਮਈਆ। ਤੇ ਇਸ ਰਾਮ ਜੀ ਦੇ ਨਾਮ ਨੂੰ ਭਾਈ ਜਪਣਾ ਕਰ। ਜਪ ਮਨ ਤੂੰ ਰਾਮ ਨਾਰਾਇਣ। ਇਸੇ ਪ੍ਰਕਾਰ ਜੋ ਨਾਰਾਇਣ ਹੈ, ਸੋ ਨਰ ਦੇ ਅੰਦਰ ਆਇਣ ਜਿਸ ਦਾ ਘਰ ਹੈ, ਨਰ ਦੇ ਅੰਦਰ ਹਿਰਦੇ ਦੇ ਅੰਦਰ ਜੋ ਆ ਕਰਕੇ ਵਸਿਆ ਹੋਇਆ ਹੈ। ਇਸੇ ਪ੍ਰਕਾਰ ਜੋ ਨਾਰਾਇਣ, ਸੋ ਨਾਰਾਇਣ ਜਿਸ ਦੇ ਅੰਦਰ ਆਇਣ ਰਾਤ ਨਹੀਂ ਹੈ, ਅਵਿਦਿਆ ਰੂਪੀ ਰਾਤ ਨਹੀਂ ਹੈ,
ਜਿਸ ਦੇ ਅੰਦਰ ਬ੍ਰਹਮ ਗਿਆਨ ਰੂਪ ਉਜਾਲਾ ਹੀ ਉਜਾਲਾ ਹੈ, ਰੌਸ਼ਨੀ ਹੀ ਰੌਸ਼ਨੀ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਅਗਿਆਨ ਤੋਂ ਅਵਿਦਿਆ ਤੋਂ ਰਹਿਤ ਹੈ, ਅਗਿਆਨਤਾ ਦੇ ਹਨੇਰੇ ਤੋਂ ਰਹਿਤ ਹੈ, ਹਰ ਇੱਕ ਦੇ ਹਿਰਦੇ ਦੇ ਅੰਦਰ ਸਾਖੀ ਚੇਤਨ ਹੋ ਕਰਕੇ ਵਸਿਆ ਹੋਇਆ ਹੈ। ਐਸੇ ਪ੍ਰਮਾਤਮਾ ਜੀ ਦਾ ਨਾਮ, ਜਿਸ ਦਾ ਨਾਮ ਹੈ ਗੋਵਿੰਦਾ। ਗੋ ਨਾਮ ਹੈ ਸ੍ਰਿਸ਼ਟੀ ਦਾ, ਵਿੰਦਾ ਨਾਮ ਹੈ ਰਖਵਾਲੇ ਦਾ, ਜੋ ਸਾਰੀ ਸ੍ਰਿਸ਼ਟੀ ਦਾ ਰਖਵਾਲਾ ਹੈ। ਰਖਵਾਲਾ ਗੋਬਿੰਦ ਰਾਏ, ਸਾਰੀ ਸ੍ਰਿਸ਼ਟੀ ਦੀ ਆਪ ਪ੍ਰਤਪਾਲਨਾ ਕਰਨੇ ਵਾਲਾ ਹੈ ਤੇ ਆਪ ਹੀ ਰਖਵਾਲਾ ਸਰੂਪ ਹੈ। ਐਸਾ ਜੋ ਪ੍ਰਮਾਤਮਾ ਹੈ ਹਰ ਮਾਧੋ, ਹਰ ਇੱਕ ਜੀਵ ਦੇ ਵਿੱਚ ਵਸਿਆ ਹੋਇਆ ਹੈ। ਹਰ ਇੱਕ ਦੇ ਪਾਪਾਂ ਨੂੰ, ਵਿਕਾਰਾਂ ਨੂੰ ਹਰ ਲੈਣ ਵਾਲਾ ਹੈ, ਨਾਸ਼ ਕਰ ਲੈਣ ਵਾਲਾ ਹੈ। ਹਰ ਇੱਕ ਦੇ ਵਾਸਤੇ ਸੁਖਦਾਤਾ ਹੈ, ਹਰ ਇੱਕ ਦਾ ਪੈਦਾ ਕਰਤਾ। ਇਸੇ ਪ੍ਰਕਾਰ ਪੇਟ ਨੂੰ ਭਰਤਾ, ਅੰਤਮ ਸਮੇਂ ਪ੍ਰਾਣਾਂ ਨੂੰ ਹਰਤਾ ਹੈ। ਜੋ ਹਰ ਇੱਕ ਦਾ ਦਾਤਾ ਸੁਖਦਾਤਾ ਹੈ, ਐਸੇ ਪ੍ਰਮਾਤਮਾ ਜੀ ਦੇ ਨਾਮ ਨੂੰ ਜਪਣਾ ਕਰ। ਜੋ ਮਾਧੋ, ਮਾ ਨਾਮ ਮਾਇਆ ਦਾ, ਦੋ ਨਾਮ ਪਤੀ ਦਾ, ਜੋ ਮਾਧੋ ਮਾਇਆ ਦੇ ਵੀ ਧਾਰਨ ਕਰਨ ਵਾਲਾ, ਸਾਰੀ ਸੁਭ ਵਿਭੂਤੀ ਦਾ, ਸੰਪਤੀ ਦਾ ਮਾਲਕ ਹੈ ਜੋ ਵਾਹਿਗੁਰੂ। ਸੋ ਇਸੇ ਪ੍ਰਕਾਰ ਕਰੋੜਾਂ ਬ੍ਰਹਮੰਡਾਂ ਦੇ ਅੰਦਰ ਜਿਤਨੀ ਮਾਇਆ ਦਾ ਪਸਾਰਾ ਹੈ ਨਾ, ਸਾਰੀ ਮਾਇਆ ਦੇ ਉੱਪਰ ਹੁਕਮ ਵਾਹਿਗੁਰੂ ਜੀ ਦਾ ਚੱਲਦਾ ਹੈ। ਸਾਰੀ ਮਾਇਆ ਦਾ ਮਾਲਕ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਜੋ ਮਾਇਆ ਦਾ ਪਤੀ ਹੈ, ਮਾਲਕ ਹੈ, ਸੋ ਕਹੀਏ ਮਾਧੋ। ਇਹ ਪਰਮਾਤਮਾ ਜੀ ਦੇ ਨਾਮ ਕਥਨ ਕਰਨਾ ਕੀਤੇ ਹਨ ਸਤਿਗੁਰੂ ਜੀ ਨੇ। ਭਾਈ ਜਿਹੜਾ ਰਾਮ ਹੈ, ਨਾਰਾਇਣ ਹੈ, ਗੋਬਿੰਦ ਹੈ, ਹਰ ਹੈ, ਮਾਧੋ ਹੈ, ਐਸੇ ਪਰਮਾਤਮਾ ਜੀ ਦੇ ਨਾਮ ਨੂੰ ਸਦਾ ਪਿਆਰ ਦੇ ਨਾਲ ਜਪਣਾ ਕਰ। ਧਿਆਏ ਮਨਾ ਮੁਰਾਰ ਮੁਕੰਦੇ, ਇਸ ਪ੍ਰਕਾਰ ਮਨਾ ਜੋ ਮੁਰਾਰੀ ਹੈ, ਜਿਸ ਨੇ ਕ੍ਰਿਸ਼ਨ ਰੂਪ ਹੋ ਕਰਕੇ ਮੁਰ ਦੈਂਤ ਨੂੰ ਮਾਰਨਾ ਕੀਤਾ ਹੈ, ਜਿਸ ਨੇ ਸਾਧ ਸੰਗਤ ਜੀ ਆਪਣੇ 7 ਕਿਲੇ ਵੱਖ-ਵੱਖ ਧਾਤਾਂ ਦੇ ਬਣਾਏ ਹੋਏ ਸਨ, ਲੋਹੇ ਦਾ ਕਿਲਾ, ਪਿੱਤਲ ਦਾ ਕਿਲਾ, ਇਸ ਪ੍ਰਕਾਰ ਵੱਡੇ ਭਾਰੀ। ਸੋ ਇਸੇ ਪ੍ਰਕਾਰ ਇਸ ਦੇ 5 ਸਿਰ ਤੇ 7000 ਬਲਵਾਨ ਪੁੱਤਰ ਮੰਨੇ ਸਨ। ਸੋ ਜਿਨ੍ਹਾਂ ਦੇ ਹੁੰਦਿਆਂ ਇਸ ਨੂੰ ਕੋਈ ਮਾਰ ਨਹੀਂ ਸੀ ਸਕਦਾ, ਇਸ ਦੇ ਕਿਲਿਆਂ ਤੱਕ ਪਹੁੰਚ ਨਹੀਂ ਸੀ ਹੋ ਸਕਦੀ। ਪਰ ਤੇ ਇਸ ਪ੍ਰਮਾਤਮਾ ਜੀ ਨੇ ਕ੍ਰਿਸ਼ਨ ਰੂਪ ਹੋ ਕਰਕੇ ਤੇ ਇਸ ਨੂੰ ਮੁਰਾਰੀ ਹੋ ਕਰਕੇ ਮਾਰਨਾ ਕੀਤਾ ਹੈ। ਰਾਰੀ ਨੂੰ ਸਿਹਾਰੀ ਹੈ, ਜਿਸ ਦਾ ਭਾਵ ਹੈ ਮੁਰਾਰੀ, ਤੇ ਮੁਰਾਰੀ ਦਾ ਅਰਥ ਹੈ ਮੁਰਾਰੀ, ਮੁਰ ਦੈਂਤ ਦਾ ਵੈਰੀ ਹੋ ਕਰਕੇ ਤੇ ਇਸ ਨੂੰ ਮਾਰ ਦੇਣ ਵਾਲਾ। ਐਸਾ ਪ੍ਰਮਾਤਮਾ ਜੋ ਕਿ ਦੁਸ਼ਟਾਂ ਨੂੰ, ਦੋਖੀਆਂ ਨੂੰ ਮਾਰਨੇ ਵਾਲਾ ਹੈ, ਮੁਰ ਇਤਿਆਦਿਕ ਦੈਂਤਾਂ ਨੂੰ ਵੀ ਮਾਰਨੇ ਵਾਲਾ ਹੈ। ਐਸੇ ਪ੍ਰਮਾਤਮਾ ਜੀ ਦੇ ਨਾਮ ਨੂੰ ਮੇਰਿਆ ਮਨਾ, ਸੋ ਤੂੰ ਧਿਆਵਣਾ ਕਰ। ਜੋ ਪ੍ਰਮਾਤਮਾ ਮੁਕੰਦੇ ਤੋਂ ਭਾਵ ਹੈ ਮੁਕਤੀ ਦਾਤਾ, ਸਰਬਤ ਜੀਵਾਂ ਦਾ ਮੁਕਤੀ ਦਾਤਾ ਹੈ। ਸਾਧ ਸੰਗਤ ਜੀ ਹੋਰ ਭਾਵੇਂ ਕਿਸੇ ਪ੍ਰਕਾਰ ਦੀ ਕੋਈ ਪੂਜਾ ਕਰ ਲਵੇ, ਮੁਕਤੀ ਦੀ ਦਾਤ ਨਹੀਂ ਮਿਲਦੀ ਹੈ। ਮੁਕਤੀ ਦਾਤਾ ਕੇਵਲ ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, ਹਰੀਆਂ ਕਰੀਆਂ, ਨਿਰਨਾਮੇ, ਅਕਾਮੇ, ਵਾਹਿਗੁਰੂ ਜੀ ਦੇ ਨਾਮ ਕਲਗੀਧਰ ਸਾਹਿਬ ਜੀ ਨੇ ਵੀ ਉਚਾਰਨਾ ਕੀਤੇ ਨੇ ਨਾ। ਸੋ ਇਸ ਪ੍ਰਕਾਰ ਮੁਕੰਦੇ ਤੋਂ ਭਾਵ ਹੈ ਮੁਕਤੀ ਦਾਤਾ। ਮੁਕਤੀ ਦਾਤਾ ਕੇਵਲ ਇੱਕ ਪ੍ਰਮਾਤਮਾ ਪਰਮੇਸ਼ਰ ਹੈ, ਹੋਰ ਕੋਈ ਮੁਕਤੀ ਦਾਤਾ ਨਹੀਂ ਹੈ। ਐਸੇ ਮੁਕਤੀ ਦਾਤਾ ਜੀ ਦੇ ਨਾਮ ਨੂੰ ਹੀ ਜਪਣਾ ਕਰੋ। ਕਟਿਏ ਕਾਲ ਦੁਖ ਫਾਂਦੋ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਜਪਣ ਦੇ ਨਾਲ ਕਟਿਆ ਜਾਂਦਾ ਹੈ ਕਾਲ ਦਾ ਦੁੱਖ। ਜਿਹੜਾ ਅੰਤਮ ਸਮੇਂ ਮੌਤ ਦਾ ਦੁੱਖ ਹੈ ਨਾ, ਅਤਿਅੰਤ ਭਿਆਨਕ ਹੈ। ਇਸੇ ਪ੍ਰਕਾਰ ਫਾਦੋ ਜਿਹੜੀ ਫਾਹੀ ਹੈ ਜਮਾ ਦੀ ਫਾਹੀ ਤੇ ਮਰਨ ਕਾਲ ਸਮੇਂ ਦਾ ਦੁੱਖ, ਜਿਸ ਵਾਹਿਗੁਰੂ ਜੀ ਦਾ ਨਾਮ ਜਪਣੇ ਦੇ ਨਾਲ ਕਟਿਆ ਜਾਂਦਾ ਹੈ। ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੇਨਤੀਆਂ ਕਰਨੇ ਦੀ ਜਾਚ ਸਿਖਾਈ ਹੈ ਨਾ। ਮਰਨ ਕਾਲ ਕਾ ਤਰਾਸ ਨਿਵਰੀਐ, ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਕਿਰਪਾਲਤਾ ਕਰੋ। ਜਿਹੜਾ ਅੰਤਮ ਸਮਾਂ ਮਰਨ ਕਾਲ ਦਾ ਸਮਾਂ ਹੈ ਨਾ, ਮੌਤ ਦੇ ਕਾਲ ਦੇ ਸਮੇਂ ਦਾ ਸਾਡਾ ਜਿਹੜਾ ਮਹਾਰਾਜ ਤਰਾਸ ਹੈ, ਜਿਹੜਾ ਡਰ ਹੈ, ਖੌਫ ਤਾਈ ਹੈ, ਤੇ ਇਸ ਨੂੰ ਕੱਟ ਦੇਣਾ ਕਰੋ। ਸੋ ਇੱਥੇ ਵੀ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਮਾ ਦੀ ਫਾਹੀ ਨੂੰ ਕੱਟਣੇ ਵਾਲਾ ਵਾਹਿਗੁਰੂ ਜੀ ਦਾ ਨਾਮ ਹੈ। ਅੰਤ ਕਾਲ ਮੌਤ ਦੇ ਸਮੇਂ ਦੇ ਦੁਖਦਾਈ ਕਾਲ ਨੂੰ ਨਿਵਰਤ ਕਰਨੇ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਜਿਹੜਾ ਮਰਨ ਕਾਲ ਅਤਿਅੰਤ ਜਿਹੜਾ ਭਿਆਨਕ ਸਾਧ ਸੰਗਤ ਜੀ ਸੋ ਕਥਨ ਕਰਨਾ ਕੀਤਾ ਹੈ ਵੇਦਾਂ ਦੇ ਅੰਦਰ, ਪੁਰਾਣਾਂ ਦੇ ਅੰਦਰ, ਸ਼ਾਸਤਰਾਂ ਦੇ ਅੰਦਰ, ਕਿ ਜਦੋਂ ਸਰੀਰ ਦੇ ਵਿੱਚੋਂ ਜਾਨ ਨਿਕਲਦੀ ਹੈ, ਪਹਾੜੀ ਕਾਲੇ ਵਿਸ਼ੂ 70,000 ਇਕੱਠੇ ਹੋ ਕਰਕੇ ਡੰਗ ਮਾਰਨ, ਜਿਤਨਾ ਦੁੱਖ ਲੱਗਦਾ ਹੈ
ਇਤਨਾ ਦੁੱਖ ਲੱਗਦਾ, ਇਤਨੀ ਪੀੜਾ ਹੁੰਦੀ ਜਦੋਂ ਸਰੀਰ ਚੋਂ ਪ੍ਰਾਣਾਂ ਨੂੰ ਕੱਢਿਆ ਜਾਂਦਾ। ਸੋ ਪਹਾੜੀ ਬਿਸ਼ੂ, ਇਹ ਕਾਲਾ ਬਿਸ਼ੂ ਇਤਨਾ ਜ਼ਹਿਰੀਲਾ ਹੁੰਦਾ ਹੈ, ਪੱਥਰ ਨੂੰ ਵੀ ਡੰਗ ਮਾਰੇ ਤੇ ਰਾਖ ਬਣਾ ਦਿੰਦਾ, ਸਵਾਹ ਕਰ ਦਿੰਦਾ, ਭਸਮ ਕਰ ਦਿੰਦਾ, ਇਤਨਾ ਜ਼ਹਿਰੀਲਾ ਹੁੰਦਾ ਹੈ। ਤੇ 70,000 ਬਿਸ਼ੂ ਇਕੱਠਾ ਡੰਗ ਮਾਰੇ ਤੇ ਕਿਤਨਾ ਦੁੱਖ ਲੱਗਦਾ ਹੋਵੇਗਾ। ਕਹਿਣ ਤੋਂ ਭਾਵ ਇਸ ਦਾ ਪ੍ਰਮਾਣ ਹੋਰ ਦੁੱਖਾਂ ਦੇ ਵਿੱਚੋਂ ਨਹੀਂ ਲੱਭਿਆ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਐਸੇ ਵੱਡੇ ਭਾਰੀ ਦੁੱਖਾਂ ਨੂੰ, ਮਰਨ ਕਾਲ ਸਮੇਂ ਦੇ ਦੁੱਖ ਨੂੰ, ਜੰਮਾਂ ਦੀ ਫਾਹੀ ਨੂੰ ਵਾਹਿਗੁਰੂ ਜੀ ਦਾ ਨਾਮ ਕੱਟਣੇ ਵਾਲਾ ਹੈ। ਦੁਖ ਹਰਨ ਦੀਨ ਸ਼ਰਨ ਸ੍ਰੀ ਧਰ। ਇਸ ਪ੍ਰਕਾਰ ਜੋ ਸਾਰੇ ਹੀ ਦੁੱਖਾਂ ਨੂੰ ਹਰਨ ਨਾਸ਼ ਕਰਨ ਵਾਲਾ ਹੈ। ਜਿਤਨੇ ਵੀ ਦੀਨ ਹੋ ਕਰਕੇ ਆਪ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਦੀਨ ਸ਼ਰਨ ਨਿਮਾਣੇ ਹੋ ਕਰਕੇ, ਆਜਜ਼ੀ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਵਾਹਿਗੁਰੂ ਜੀ ਦੇ, ਨਿਰੰਕਾਰ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਵਾਹਿਗੁਰੂ ਜੀ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲੇ, ਨਾਸ਼ ਕਰਨ ਵਾਲੇ ਨੇ। ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸ੍ਰੀ ਧਰ, ਸ੍ਰੀ ਨਾਮ ਹੈ ਸਾਧ ਸੰਗਤ ਜੀ ਲక్ష్ਮੀ ਦਾ, ਮਾਇਆ ਦਾ, ਵਿਭੂਤੀ ਦਾ, ਮਾਇਆ ਦੇ ਧਾਰਨ ਕਰਨ ਵਾਲੇ ਹਨ। ਜਿਨ੍ਹਾਂ ਦੇ ਆਭਾਸ ਪਰਛਾਵੇਂ ਮਾਤਰ ਨੂੰ ਪਾ ਕਰਕੇ ਸਾਰੀ ਜਿਹੜੀ ਸ੍ਰੀ ਹੈ ਧਰ ਧਾਰਨ ਕਰਕੇ ਤਿੰਨਾਂ ਦੇ ਪਰਛਾਵੇਂ ਨੂੰ ਸਹਿਤ ਬਲ ਦੇ ਸਬਲ ਮਾਇਆ ਹੋ ਨਿਬੜੀ ਹੈ। ਐਸੀ ਮਾਇਆ ਦੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਧਾਰਨੀ ਨੇ। ਮਾਇਆ ਆਪਣੇ ਆਪ ਦੇ ਵਿੱਚ ਜੜ ਹੈ, ਮਾਇਆ ਦਾ ਆਪਣਾ ਕੋਈ ਬਲ ਨਹੀਂ, ਆਪਣਾ ਕੋਈ ਤਾਣ ਨਹੀਂ, ਪਰ ਵਾਹਿਗੁਰੂ ਜੀ ਦੀ ਸੱਤਾ ਪਾ ਕਰਕੇ ਸ੍ਰੀ ਧਰ, ਤਿਸ ਦੇ ਆਸਰੇ ਨੂੰ ਪਾ ਕਰਕੇ ਜਿਹੜੀ ਮਾਇਆ ਹੈ ਸੋ ਸਬਲ ਹੋਈ ਹੈ, ਸਹਿਤ ਬਲ ਦੇ ਹੋਈ ਹੈ। ਚਰਨ ਕਮਲ ਆਰਾਧਿਆ। ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਨੂੰ ਭਾਈ ਸਦਾ ਸਦਾ ਆਰਾਧਨਾ ਕਰੀਏ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ। ਚਲਤ ਬੈਸਤ ਸੋਵਤ ਜਾਗਤ, ਗੁਰ ਮੰਤਰ ਹਿਰਦੈ ਚਤਾਰ। ਹਜ਼ੂਰ ਫਰਮਾਉਂਦੇ ਨੇ ਭਾਈ, ਚੱਲਦਿਆਂ, ਬੈਠਦਿਆਂ, ਸੁੱਤਿਆਂ, ਜਾਗਦਿਆਂ ਹਰ ਵੇਲੇ ਆਪਣੇ ਮੁਖ ਦੇ ਵਿੱਚੋਂ ਉਚਾਰਦੇ ਰਹੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਵਾਹਿਗੁਰੂ ਜੀ ਦਾ ਨਾਮ ਕਦੇ ਤਿਲ ਮਾਤਰ ਵੀ ਵਿਸਰ ਨਾ ਜਾਵੇ। ਸਦਾ ਹਰ ਵੇਲੇ ਨਿਰੰਤਰ ਵਾਹਿਗੁਰੂ ਜੀ ਦੇ ਨਾਮ ਨੂੰ ਉਚਾਰਨ ਕਰਦੇ ਰਹੋ। ਜਮ ਪੰਥ ਬਿਖੜਾ ਅਗਨ ਸਾਗਰ। ਜਿਹੜਾ ਕਿ ਜਮਾਂ ਦਾ ਪੰਥ ਹੈ, ਬਿਖੜਾ ਅਤਿਅੰਤ ਦੁਸ਼ਤਰ ਹੈ, ਜਿਸ ਤੋਂ ਲੰਘਿਆ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੈ। ਸੋ ਅਗਨ ਸਾਗਰ, ਅਗਨੀ ਦਾ ਸਾਗਰ ਹੈ, ਤਪਸ਼ ਦਾ ਸਾਗਰ ਹੈ। ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਇਹ ਜਿਹੜਾ ਜਮਾਂ ਦਾ ਮਾਰਗ ਅਤਿਅੰਤ ਕਥਨ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਸ਼ਾਸਤਰਾਂ ਵਿੱਚ ਵੀ ਬਚਨ ਆਉਂਦੇ ਨੇ, 10,000 ਜੋਜਨ ਅਗਨੀ ਬਨ। ਅਗਨੀ ਦਾ ਹੀ ਸਾਗਰ ਹੈ, ਅਗਨੀ ਦਾ ਦਰਿਆ ਹੈ। ਪਾਪੀ ਰੂਹਾਂ ਨੂੰ ਤਿਸ ਦੇ ਵਿੱਚੋਂ ਦੀ ਜਿਹੜੇ ਜੰਮ ਨੇ ਨਾ, ਅੱਗ ਦੇ ਇਤਨੇ ਵੱਡੇ ਸਾਗਰ ਦੇ ਵਿੱਚੋਂ ਘਸੀਟ ਕਰਕੇ, ਖਿੱਚ ਕਰਕੇ, ਰੋਲ ਦਾ ਕਰਕੇ ਲੈ ਕੇ ਜਾਂਦੇ ਨੇ, ਅਗਨੀ ਬਨ ਦੀ ਅਗਨ ਦੇ ਵਿੱਚ ਸਾੜਦੇ ਨੇ। ਇਸੇ ਪ੍ਰਕਾਰ ਵਾਲੋ ਨਿੱਕੀ ਪੁਰਸਲਾਤ, ਜੋ ਵਾਲ ਦੇ ਨਾਲੋਂ ਵੀ ਬਰੀਕ ਮਾਰਗ ਹੈ, ਜਿਸ ਦੇ ਉੱਪਰੋਂ ਦੀ ਜੰਮ ਜਿਹੜੇ ਨੇ ਪਾਪੀ ਰੂਹਾਂ ਨੂੰ ਲੈ ਕਰਕੇ ਲੰਘਦੇ ਨੇ। ਅੱਗ ਦੀ ਤਪਸ਼ ਦੇ ਨਾਲ ਪਾਪੀਆਂ ਦੇ ਜਿਹੜੇ ਅੰਗ ਨੇ ਉਹ ਢਲ ਕਰਕੇ, ਘਲ ਕਰਕੇ ਡਿੱਗ ਜਾਂਦੇ ਨੇ, ਪਰ ਜਿਹੜੀਆਂ ਪੁੰਨ ਆਤਮਾ ਨੇ ਇਸ ਦੇ ਉੱਪਰੋਂ ਦੀ ਲੰਘ ਜਾਂਦੀਆਂ ਹਨ। ਇਸੇ ਪ੍ਰਕਾਰ ਸਾਧ ਸੰਗਤ ਜੀ ਅਸਪਤਰ ਹੈ, ਬਹੁਤ ਵੱਡਾ ਭਾਰੀ ਭਿਆਨਕ ਜੰਗਲ ਹੈ, ਜਿਸ ਜੰਗਲ ਦੇ ਦਰਖਤਾਂ ਦੇ ਜਿਹੜੇ ਪੱਤੇ ਨੇ ਉਹ ਤਲਵਾਰਾਂ ਵਰਗੇ ਸਿੱਧੇ ਅਤੇ ਤਿੱਖੇ ਹਨ। ਉਹਨਾਂ ਦੇ ਉੱਪਰੋਂ ਦੀ ਘਸੀਟ ਕਰਕੇ ਲੈ ਕਰਕੇ ਜਾਂਦੇ ਨੇ। ਜਿਹੜਾ ਜੀਵ ਦਾ ਸੂਖਸ਼ਮ ਸਰੀਰ ਹੈ ਲਹੂ ਲੁਹਾਨ ਹੁੰਦਾ ਹੈ, ਪਰ 5 ਤੱਤਾਂ ਦਾ ਹੁੰਦਾ ਨਹੀਂ, ਇਸ ਕਰਕੇ ਮਰਦਾ ਨਹੀਂ। 5 ਤੱਤਾਂ ਦਾ ਸਰੀਰ ਤੇ ਪਹਿਲਾਂ ਮਰ ਚੁੱਕਿਆ, ਜੋ ਸਥੂਲ ਤੱਤਾਂ ਦਾ ਹੈ ਸੂਖਸ਼ਮ ਸਰੀਰ ਨੂੰ ਘਸੀਟ ਕਰਕੇ ਲੈ ਕੇ ਜਾਂਦੇ ਨੇ, ਜਿਹੜਾ ਮਰਦਾ ਨਹੀਂ ਤੇ ਦੁੱਖ ਸਾਧ ਸੰਗਤ ਜੀ ਮੁੱਕਦੇ ਨਹੀਂ। ਹਜ਼ੂਰ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਐਸਾ ਜਿਹੜਾ ਜਮਾ ਦਾ ਪੰਥ ਰਸਤਾ ਹੈ ਅਤਿਅੰਤ ਵਿਖੜਾ ਹੈ, ਅਗਨੀ ਦਾ ਸਾਗਰ ਹੈ, ਅਗਨ ਸਾਗਰ ਦੇ ਵਿੱਚੋਂ ਖਿੱਚ ਕਰਕੇ ਲੈ ਕਰਕੇ ਜਾਂਦੇ ਨੇ। ਇਸੇ ਪ੍ਰਕਾਰ ਲਹੂ ਪਾਕ ਦੀ ਜਿਹੜੀ ਬੈਤਰਣੀ ਨਦੀ ਏ ਉਸ ਦੇ ਵਿੱਚੋਂ ਦੀ ਲੈ ਕਰਕੇ ਜਾਂਦੇ ਨੇ, ਜਿਸ ਦੇ ਵਿੱਚ ਪਾਪੀ ਜੀਵ ਬਹੁਤੇ ਦੁੱਖ ਭੋਗਦੇ ਹਨ ਤੇ ਇਸ ਨੂੰ ਤੈਰਨਾ ਨਹੀਂ ਹੁੰਦਾ ਹੈ। ਇੱਕ ਨਾਮ ਰਸੀ ਹੀ ਇਹਨਾਂ ਦੁੱਖਾਂ ਤੋਂ ਬਚਦੇ ਨੇ। ਕਿਰਪਾਲਤਾ ਕਰਕੇ ਵਾਹਿਗੁਰੂ ਜੀ ਇਹਨਾਂ ਵਿਖੜੇ ਕਠਨ ਦੁੱਖਾਂ ਤੋਂ ਨਾਮ ਰਸੀਆਂ ਨੂੰ ਕੱਢ ਲੈਂਦੇ ਹਨ। ਨਿਮਖ ਸਿਮਰਤ ਸਾਧੀਐ। ਨਿਮਖ ਮਾਤਰ ਸਮਾਂ, ਅੱਖ ਝਮਕਣ ਜਿਤਨਾ ਸਮਾਂ
ਇਤਨਾ ਸਮਾਂ ਵੀ ਵਾਹਿਗੁਰੂ ਜੀ ਦਾ ਨਾਮ ਜਪ ਲੈਣਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ। ਨਿਮਖ ਮਾਤਰ ਸਮਾਂ ਵੀ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ ਲੈਣਾ ਕਰੀਏ। ਐਸੇ ਜਮਾ ਦੇ ਮਾਰਗ ਨੂੰ ਸਾਧ ਲਈਦਾ ਹੈ। ਜਮਾ ਦੇ ਮਾਰਗ ਤੇ ਨਹੀਂ ਜਾਣਾ ਹੁੰਦਾ ਹੈ। ਵਾਹਿਗੁਰੂ ਜੀ ਕਿਰਪਾਲਤਾ ਕਰਕੇ ਬਚਾ ਲੈਂਦੇ ਨੇ। ਜਮ ਕੰਕਰ ਮਾਰ ਬਿਦਾਰੇ, ਜਮ ਕੰਕਰਾਂ ਨੂੰ ਮਾਰ ਕਰਕੇ ਦੌੜਾ ਦਿੰਦੇ ਨੇ, ਭਜਾ ਦਿੰਦੇ ਹਨ। ਐਸੀ ਨਾਮ ਦੀ ਬਰਕਤ ਹੈ। ਏਕ ਚਿਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਨਿਮਖ ਮਾਤਰ ਵੀ ਹਜ਼ੂਰ ਫਰਮਾਉਂਦੇ ਜਿਸ ਨੇ ਜਪ ਲਿਆ ਨਾ, ਉਸ ਨੂੰ ਜਮਾ ਦੇ ਐਸੇ ਮਾਰਗ ਤੇ ਨਹੀਂ ਜਾਣਾ ਪੈਂਦਾ ਹੈ। ਕਲ ਮਲਹ ਦਹਤਾ ਸੁਧ ਕਰਤਾ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਨਾ, ਕਲ ਮਲ ਹੈ ਦਹਤਾ। ਸੋ ਕਾਲ ਕਲਯੁਗ ਦੇ ਮਲ ਹੈ, ਦਲ ਮਲ ਦੇਣ ਵਾਲਾ ਜੋ ਸਮੂਹ ਸ਼ੁਭ ਕਰਮਾਂ ਨੂੰ ਹੈ, ਪਾਪ ਕਰਮ। ਐਸੇ ਪਾਪ ਕਰਮਾਂ ਨੂੰ ਵਾਹਿਗੁਰੂ ਜੀ ਦਾ ਨਾਮ ਦਹਤਾ ਸਾੜ ਦੇਣ ਵਾਲਾ ਹੈ। ਕਲ ਮਲ ਹੈ ਦਹਤਾ। ਸੋ ਜਿਹੜੇ ਕਲਮਲ ਸਮੂਹ ਪਾਪ ਨੇ, ਬੱਜਰ ਪਾਪ ਨੇ, ਜਿਵੇਂ ਸਤਿਗੁਰੂ ਜੀ ਪਾਵਨ ਫਰਮਾਨ ਕਰਨਾ ਕਰਦੇ ਹਨ ਜੀ, ਜੋ ਵੱਡੇ ਭਾਰੀ ਬੱਜਰ ਪਾਪ ਨੇ, ਬ੍ਰਾਹਮਣ ਕਾਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਜਿਹੜਾ ਕਿ ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਨਾ ਹੈ। ਇਸੇ ਪ੍ਰਕਾਰ ਕਾਲੀ ਘਾਤ ਗਊ ਦਾ ਮਾਰਨਾ ਹੈ। ਸੋ ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਅਣਚਾਰੀ ਦਾ, ਜੋ ਧਰਮ ਦੇ ਆਚਰਣ ਤੋਂ ਡਿੱਗਿਆ ਹੋਇਆ ਹੈ, ਜਿਸ ਦੀ ਨੇਕ ਕਿਰਤ ਨਹੀਂ, ਜਿਸ ਦੀ ਪਾਪ ਕਿਰਤ ਹੈ, ਉਸ ਦਾ ਜਿਹੜਾ ਕਿ ਧਨ ਖਾਣਾ ਹੈ। ਇਸੇ ਪ੍ਰਕਾਰ ਧੀਆਂ ਨੂੰ ਮਾਰਨਾ। ਸਾਧ ਸੰਗਤ ਜੀ ਤੇ ਸਮੇਂ ਜੰਮਦੀਆਂ ਮਾਰਦੇ ਸਨ, ਅੱਜ ਕੱਲ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਨੇ। ਤੇ ਰਹਿਤਨਾਮਿਆਂ ਦੇ ਵਿੱਚ ਵੀ ਹਜ਼ੂਰ ਪਾਤਸ਼ਾਹ ਜੀ ਦੇ ਬਚਨ ਆਉਂਦੇ ਨੇ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਤੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਮਰਿਆਦਾ ਵੀ ਦੱਸਦੇ ਨੇ। ਸਾਧ ਸੰਗਤ ਜੀ, ਕੁੜੀ ਮਾਰ, ਨੜੀ ਮਾਰ, ਕੁੜੀ ਵੇਚ, ਸਿਰ ਗੁੰਮ ਤੇ ਮੋਨੇ, ਐਸੇ ਇਹ ਬੱਜਰ ਪਾਪੀ ਨੇ। ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਹੈ। ਸੋ ਵੱਡਾ ਭਾਰੀ ਬੱਜਰ ਪਾਪ ਹੈ। ਇਹ ਚਾਰ ਬੱਜਰ ਪਾਪ ਵੱਡੇ ਭਾਰੀ ਗੁਨਾਹ ਮੰਨੇ ਗਏ ਹਨ। ਇਸੇ ਪ੍ਰਕਾਰ ਰਹਿਤਨਾਮਿਆਂ ਦੇ ਵਿੱਚ ਹੋਰ ਵੀ ਬਚਨ ਆਉਂਦੇ ਨੇ। ਸ਼ਰਾਬ ਪੀਣੀ, ਪਰਾਏ ਸਰੀਰਾਂ ਦੀ ਸੰਗਤ ਕਰਨੀ, ਚੋਰੀ ਕਰਨੀ, ਜੂਆ ਖੇਡਣਾ ਤੇ ਝੂਠ ਬੋਲਣਾ, ਇਹ ਜਿਹੜੇ ਪੰਜ ਮਹਾ ਬੱਜਰ ਪਾਪ ਹਨ, ਇਹਨਾਂ ਤੋਂ ਗੁਰਸਿੱਖ ਨੇ ਸਦਾ ਹੀ ਬਚ ਕੇ ਰਹਿਣਾ ਹੈ। ਪਰ ਨਾਰੀ ਜੂਆ ਅਸਤ, ਚੋਰੀ ਮਦਰਾ ਜਾਨ, ਪਾਂਚ ਐਬ ਜਹ ਜਗਤ ਮੈਂ, ਤਜੈ ਸੋ ਸਿੰਘ ਸੁਜਾਨ। ਇਹ ਪੰਜ ਵੱਡੇ ਭਾਰੀ ਬੱਜਰ ਪਾਪ ਨੇ, ਸਮੂਹ ਸ਼ੁਭ ਕਰਮਾਂ ਨੂੰ ਨਾਸ਼ ਕਰਨ ਵਾਲੇ। ਜਿਹੜਾ ਇਹਨਾਂ ਬੱਜਰ ਪਾਪਾਂ ਤੋਂ ਬਚ ਕਰਕੇ ਰਵੇ, ਜਗਤ ਦੇ ਅੰਦਰ ਸਰੀਰ ਕਰਕੇ ਬਚਿਆ ਰਵੇ। ਮਨ ਜੇ ਡੋਲਦਾ ਵੀ ਹੈ ਤਾਂ ਵੀ ਸਰੀਰ ਕਰਕੇ ਨਰਕਗਾਮੀ ਨਾ ਹੋਵੇ, ਭਾਵ ਸਰੀਰ ਕਰਕੇ ਇਹਨਾਂ ਪਾਪਾਂ ਤੋਂ ਬਚ ਕਰਕੇ ਰਵੇ। ਹਜ਼ੂਰ ਪਾਤਸ਼ਾਹ ਜੀ ਦੇ ਸਿੱਖਾਂ ਨੇ ਵੀ ਰਹਿਤਨਾਮਿਆਂ ਦੇ ਅੰਦਰ ਕਥਨ ਕਰਨਾ ਕੀਤਾ ਹੈ, ਜਿਹੜਾ ਇਹਨਾਂ ਬੱਜਰ ਪਾਪਾਂ ਤੋਂ ਬਚ ਜਾਵੇ ਨਾ, ਉਹਨਾਂ ਨੂੰ ਜਗਤ ਦੇ ਅੰਦਰ ਸੁਜਾਨ ਪੁਰਖ ਜਾਣੋ, ਸਿਆਣੇ ਪੁਰਖ ਜਾਣੋ, ਸਮਝਦਾਰ ਜਾਣਨਾ ਕਰੋ। ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਜਿਹੜੇ ਦੁਨੀਆ ਦੇ ਅੰਦਰ ਵੱਡੇ ਭਾਰੀ ਬੱਜਰ ਪਾਪ ਗੁਨਾਹ ਮੰਨੇ ਗਏ ਨੇ, ਉਹਨਾਂ ਸਾਰੇ ਕਲ ਮਲ ਹੈ ਦਹਤਾ, ਸਾਰਿਆਂ ਪਾਪਾਂ ਨੂੰ ਨਾਸ਼ ਕਰ ਦੇਣ ਵਾਲਾ, ਦਹਨ ਕਰ ਦੇਣ ਵਾਲਾ, ਦਗਧ ਕਰ ਦੇਣ ਵਾਲਾ, ਸਾੜ ਦੇਣ ਵਾਲਾ ਹੈ ਹਰੀ ਪ੍ਰਮਾਤਮਾ ਜੀ ਦਾ ਨਾਮ, ਜਿਹੜਾ ਜੀਵਾਂ ਦੇ ਹਿਰਦਿਆਂ ਨੂੰ, ਤਨਾਂ ਨੂੰ ਤੇ ਮਨਾਂ ਨੂੰ ਵੀ ਸੁੱਧ ਕਰਤਾ, ਸ਼ੁੱਧ ਸਰੂਪ ਕਰ ਦੇਣ ਵਾਲਾ ਹੈ, ਨਿਰਮਲ ਕਰ ਦੇਣ ਵਾਲਾ ਹੈ। ਜੇਕਰ ਹਿਰਦੇ ਦੇ ਅੰਦਰ ਨਾਮ ਨਹੀਂ, ਚਾਹੇ ਜਲ ਧਾਰੇ ਕਰਦਾ ਰਵੇ, ਤਪਾ ਨੂੰ ਤਪਾਉਂਦਾ ਰਹੇ, ਜਲ ਦੇ ਨਾਲ ਦੇ ਹੀ ਧੋਂਦਾ ਰਵੇ, ਸਾਬਣਾਂ ਦੇ ਨਾਲ ਮਲ ਕੇ ਧੋਂਦਾ ਰਵੇ, ਹੋਰ ਜੁਗਤੀਆਂ ਕਰਦਾ ਰਵੇ, ਪਰ ਤਾਂ ਵੀ ਜਿਹੜੀ ਨਾ ਤੇ ਦੇਹੀ ਸੁੱਧ ਹੁੰਦੀ ਏ ਤੇ ਨਾ ਹੀ ਮਨ ਸੁੱਧ ਹੁੰਦਾ ਹੈ। ਪਰ ਵਾਹਿਗੁਰੂ ਜੀ ਦਾ ਐਸਾ ਨਾਮ ਹੈ ਜਿਸ ਨੂੰ ਜਪਣ ਦੇ ਨਾਲ ਤਨ ਵੀ ਪਵਿੱਤਰ ਹੋ ਜਾਂਦਾ ਹੈ, ਮਨ ਵੀ ਪਵਿੱਤਰ ਹੋ ਜਾਂਦਾ ਹੈ, ਤੇ ਜਿਸ ਰਸਨਾ ਦੇ ਨਾਲ ਜਪਿਆ ਜਾਂਦਾ ਹੈ, ਰਸਨਾ ਵੀ ਪਵਿੱਤਰ ਹੋ ਜਾਂਦੀ ਏ। ਵਾਹਿਗੁਰੂ ਜੀ ਦਾ ਨਾਮ ਐਸਾ ਹੈ, ਨਾਮ ਜਪਣ ਵਾਲਿਆਂ ਦੇ ਨਾਲ ਨੇਤਰਾਂ ਦੇ ਨਾਲ ਪ੍ਰਤੱਖ ਦੀਦਾਰੇ ਕੀਤੇ ਜਾਣ, ਨੇਤਰ ਵੀ ਸਫਲੇ ਪਵਿੱਤਰ ਹੋ ਜਾਂਦੇ ਨੇ। ਕੰਨਾਂ ਦੇ ਨਾਲ ਹਰ ਜਸ ਸਰਵਣ ਕਰਨੇ ਦੇ ਨਾਲ ਕੰਨ ਵੀ ਪਵਿੱਤਰ ਹੋ ਜਾਂਦੇ ਨੇ। ਜਿਹੜਾ ਵਾਹਿਗੁਰੂ ਜੀ ਦਾ ਨਾਮ ਸਮੂਹ ਪਾਪਾਂ ਨੂੰ ਨਾਸ਼ ਕਰਨ ਵਾਲਾ, ਸਾੜ ਦੇਣ ਵਾਲਾ ਹੈ, ਇਸੇ ਪ੍ਰਕਾਰ ਸੁੱਧ ਕਰਤਾ, ਸ਼ੁੱਧ ਕਰਦਾ ਹੈ ਨੇਤਰਾਂ ਨੂੰ, ਕੰਨਾਂ ਨੂੰ, ਰਸਨਾ ਨੂੰ, ਸਰੀਰ ਨੂੰ। ਇਸੇ ਪ੍ਰਕਾਰ ਸਾਧ ਸੰਗਤ ਜੀ ਮਨ ਨੂੰ, ਜਿਹੜੀ ਪਾਪਾਂ ਦੀ, ਵਿਕਾਰਾਂ ਦੀ, ਵਿਭਾਰਾਂ ਦੀ ਮੈਲ ਹੋਰ ਕਿਸੇ ਸਾਧਨ ਦੇ ਨਾਲ ਨਹੀਂ ਧੋਤੀ ਜਾ ਸਕਦੀ, ਵਾਹਿਗੁਰੂ ਜੀ ਦਾ ਨਾਮ ਸਾਰੀਆਂ ਮੈਲਾਂ ਨੂੰ ਧੋ ਦਿੰਦਾ ਹੈ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ। ਵਾਹਿਗੁਰੂ ਜੀ ਦਾ ਨਾਮ ਜਪਣ ਦੇ ਨਾਲ, ਨਾਮ ਲੈਣ ਦੇ ਨਾਲ ਵੱਡੇ ਭਾਰੀ ਜਿਹੜੇ ਪਾਪੀ ਹਨ ਉਹ ਵੀ ਪਵਿੱਤਰ ਹੋ ਜਾਂਦੇ ਹਨ, ਸ਼ੁੱਧ ਸਰੂਪ ਹੋ ਜਾਂਦੇ ਹਨ। ਇਸੇ ਪ੍ਰਕਾਰ ਜੋ ਵਾਹਿਗੁਰੂ ਜੀ ਦਾ ਨਾਮ ਹੈ ਨਾ, ਉਹ ਸੁੱਧ ਕਰਤਾ, ਜੋ ਸੁੱਧ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੈ, ਤਿਸ ਦੇ ਨਾਲ ਹੀ ਕਰਤਾ ਮੇਲ ਦੇਣਾ ਕਰਦਾ ਹੈ।
ਜੋ ਸੁੱਧ ਸਰੂਪ ਕਰਤਾ ਹਰੀ ਅਕਾਲ ਪੁਰਖ ਵਾਹਿਗੁਰੂ ਕਰਤਾ ਹੈ ਨਾ ਸਾਰੀ ਸ੍ਰਿਸ਼ਟੀ ਦਾ, ਵਾਹਿਗੁਰੂ ਜੀ ਦਾ ਨਾਮ ਤੇ ਇਸ ਸੁੱਧ ਸਰੂਪ ਕਰਤੇ ਦੇ ਨਾਲ ਮਿਲਣ ਵਾਲਾ ਹੈ। ਜਿਹੜਾ ਜੀਵ ਤਨ ਕਰਕੇ ਵੀ ਮਨ ਕਰਕੇ ਵੀ ਮੈਲਾ ਹੈ, ਤੇ ਇਸ ਦੇ ਸਰੀਰ ਅਤੇ ਹਿਰਦੇ ਨੂੰ ਸ਼ੁੱਧ ਕਰਕੇ ਕਰਤੇ ਜੀ ਦੇ ਨਾਲ ਮਿਲਣ ਵਾਲਾ ਹੈ। ਜਿਨ ਸਰਣ ਆਰਾਧੋ, ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਭਾਈ ਰਾਤ ਦਿਨ ਆਰਾਧਨਾ ਕਰੋ। ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ, ਨਿਮਖ ਮਾਤਰ ਵੀ ਢਿੱਲ ਨਾ ਕਰਨਾ ਕਰੋ। ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣੇ ਦੇ ਵਿੱਚ ਬਿਨਵੰਤ ਨਾਨਕ ਕਰੋ ਕਿਰਪਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਸਾਨੂੰ ਅਰਦਾਸਾਂ ਬੇਨਤੀਆਂ ਕਰਨੇ ਦੀ ਜਾਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿਖਾਵਣਾ ਕਰਦੇ ਨੇ। ਸਿੱਖੋ ਇਸ ਪ੍ਰਕਾਰ ਸਦਾ ਬੇਨਤੀਆਂ ਕਰਦੇ ਰਹੋ, ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਉੱਪਰ ਕਿਰਪਾ ਦ੍ਰਿਸ਼ਟੀ ਕਰੋ, ਸਾਡੇ ਉੱਪਰ ਦਇਆਲਤਾ ਕਰਨਾ ਕਰੋ ਜੀ। ਗੋਪਾਲ ਗੋਬਿੰਦ ਮਾਧੋ, ਹੇ ਗੋਪਾਲ, ਗੋ ਦਾ ਅਰਥ ਹੈ ਧਰਤੀ, ਪਾਲ ਦਾ ਅਰਥ ਹੈ ਪਾਲਣਾ ਕਰਨੇ ਵਾਲਾ। ਹੇ ਸਾਰੀ ਧਰਤੀ ਦੀ ਪਾਲਣਾ ਕਰਨੇ ਵਾਲੇ ਪ੍ਰਮਾਤਮਾ ਜੀ, ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਨੇ ਵਾਲੇ ਪ੍ਰਮਾਤਮਾ ਜੀ, ਸਾਰੀ ਸ੍ਰਿਸ਼ਟੀ ਦੇ ਅੰਦਰ ਵਸਣੇ ਵਾਲੇ ਅਸੰਖਾ ਜੀਵਾਂ ਦੀ ਪ੍ਰਤਪਾਲਣਾ ਕਰਨੇ ਵਾਲੇ ਪ੍ਰਮਾਤਮਾ ਜੀ। ਗੋ ਦਾ ਅਰਥ ਹੈ ਬਾਣੀ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਬਾਣੀ ਦੁਆਰਾ ਜਾਣਿਆ ਜਾਣ ਵਾਲਾ ਹੈ ਤੇ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਨੇ ਵਾਲਾ ਹੈ। ਜਿਹੜਾ ਗੋਪਾਲ, ਗੋ ਨਾਮ ਸਰੀਰ ਦੀਆਂ ਇੰਦਰੀਆਂ ਦਾ ਹੈ। ਅੱਖਾਂ, ਕੰਨ, ਨੱਕ, ਮੂੰਹ, ਜ਼ੁਬਾਨ, ਦੰਦ, ਹੱਥ, ਪੈਰ ਇਤਿਆਦਿਕ ਇਹਨਾਂ ਸਾਰੀਆਂ ਇੰਦਰੀਆਂ ਦੀ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪਾਲਣਾ ਕਰਨੇ ਵਾਲਾ ਹੈ। 9 ਗੋਲਕਾਂ ਵਾਲਾ ਜੋ ਸਰੀਰ, ਇਹਨਾਂ ਗੋਲਕਾਂ ਦੀ ਪ੍ਰਤਪਾਲਣਾ ਕਰਨੇ ਵਾਲਾ ਪਰਮਾਤਮਾ ਹੈ ਗੋਬਿੰਦ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਬਾਣੀ ਦੁਆਰਾ ਜਾਣਿਆ ਜਾਂਦਾ ਹੈ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਗੋ ਸਾਰੀ ਸ੍ਰਿਸ਼ਟੀ ਦਾ ਬਿੰਦ ਰਖਵਾਲਾ ਹੈ। ਗੋਪਾਲ ਪਾਲਣਾ ਕਰਨੇ ਵਾਲਾ ਵੀ ਆਪ ਹੈ, ਗੋਬਿੰਦ ਰੱਖਿਆ ਕਰਨੇ ਵਾਲਾ ਰਖਵਾਲਾ ਵੀ ਆਪ ਹੈ। ਮਾਧਵ ਸਾਰੀ ਮਾਇਆ ਦਾ ਪਤੀ ਹੈ, ਮਾਇਆ ਨੂੰ ਧਾਰਨ ਕਰਨ ਵਾਲਾ ਹੈ, ਜਿਸ ਦੇ ਆਸਰੇ ਨੂੰ ਪਾ ਕਰਕੇ ਮਾਇਆ ਸਬਲ ਸਹਿਤ ਬਲ ਦੇ ਹੋਈ ਹੈ। ਸਿਮਰ ਮਨਾ ਦਾਮੋਦਰ ਦੁਖ ਹਰ। ਸੋ ਸਿੱਖਾ ਸਦਾ ਇਸ ਪ੍ਰਕਾਰ ਬੇਨਤੀਆਂ ਕਰਦਾ ਰਹੋ ਮਹਾਰਾਜ ਸੱਚੇ ਪਾਤਸ਼ਾਹ ਜੀ, ਹੇ ਗੋਪਾਲ ਜੀ, ਹੇ ਗੋਬਿੰਦ ਜੀ, ਹੇ ਮਾਧੋ ਜੀ, ਹੇ ਹਰੀ ਪਰਮਾਤਮਾ ਜੀ, ਕਿਰਪਾਲਤਾ ਕਰਕੇ ਸਾਨੂੰ ਆਪਣਾ ਨਾਮ ਬਖਸ਼ਿਸ਼ ਕਰਨਾ ਕਰੋ। ਸਿਮਰ ਮਨਾ, ਇਸ ਪ੍ਰਕਾਰ ਆਪਣੇ ਮਨ ਨੂੰ ਸਿੱਖਿਆ ਦੇਣੀ, ਹੈ ਮੇਰਿਆ ਮਨਾ ਸਿਮਰਨਾ ਕਰ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜੋ ਦਾਮੋਦਰ ਹੈ। ਸਾਧ ਸੰਗਤ ਜੀ ਇਹ ਕੀਰਤਮ ਨਾਮ ਹੈ। ਜਿਸ ਪ੍ਰਕਾਰ ਗੋਬਿੰਦ ਨਾਮ ਆਇਆ ਹੈ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਰਤਮ ਨਾਮ ਹੈ, ਜਿਸ ਨੂੰ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਹਨ, ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾਪੂਰ ਬਲਾ। ਸੋ ਕੀਰਤਮ ਨਾਮ ਜ਼ੁਬਾਨ ਦੇ ਨਾਲ ਆਪ ਜੀ ਦੇ ਕਥਨ ਕੀਤੇ ਜਾਂਦੇ ਨੇ, ਪਰ ਜੋ ਸਤਨਾਮ ਹੈ ਇਹ ਆਪ ਜੀ ਦਾ ਸਾਰੇ ਨਾਮਾਂ ਦੇ ਵਿੱਚੋਂ ਪੁਰਾਤਨ ਨਾਮ ਹੈ। ਆਦਿ ਤੋਂ ਆਦਿ ਨਾਮ ਹੈ, ਪੁਰਾਣੇ ਤੋਂ ਪੁਰਾਣਾ, ਪਹਿਲੇ ਤੋਂ ਪਹਿਲਾ ਨਾਮ ਹੈ ਸਤਨਾਮ। ਸੋ ਇਸੇ ਕਰਕੇ ਗੁਰੂ ਘਰ ਦੇ ਅੰਦਰ ਗੁਰ ਮੰਤਰ ਦੇ ਨਾਲ ਮੇਲ ਕਰਕੇ ਸੰਗਤੀ ਰੂਪ ਦੇ ਅੰਦਰ ਜਪਾਇਆ ਜਾਂਦਾ ਹੈ ਜੀ, ਸਤਨਾਮ ਸ੍ਰੀ ਵਾਹਿਗੁਰੂ। ਕੀਰਤਮ ਨਾਮ ਤੋਂ ਭਾਵ ਹੈ ਜਿਹੜਾ ਨਾਮ ਕਿਰਤ ਕਰਕੇ ਪੈ ਜਾਵੇ, ਕਿਰਤ ਕੀਤੀ ਹੋਵੇ, ਉਸ ਕਿਰਤ ਤੋਂ ਨਾਮ ਪੈ ਜਾਵੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗਰੀਬਾਂ ਦੇ ਕੋਲ, ਗੁਰਬਿਆਂ ਦੇ ਕੋਲ, ਕਿਰਤੀਆਂ ਦੇ ਕੋਲ ਚੱਲ ਕਰਕੇ ਜਾਂਦੇ ਨੇ ਤੇ ਨਾਮ ਪੈ ਗਿਆ ਗਰੀਬ ਨਿਵਾਜ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਣਾ ਕਰਦੇ ਨੇ, ਨਾਉ ਗਰੀਬ ਨਿਵਾਜ ਹੈ। ਗਰੀਬ ਨਿਵਾਜ ਨਾਮ ਤਦੋਂ ਪਿਆ ਜਦੋਂ ਗਰੀਬਾਂ ਨੂੰ ਨਿਵਾਜਣਾ ਕੀਤਾ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬੇਅੰਤ ਕੌਤਕ ਵਰਤਾਵਣਾ ਕੀਤੇ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦੇਣਾ ਕੀਤੀ ਹੈ। 5ਵੇਂ ਜਾਮੇ ਦੇ ਵਿੱਚ ਨਾਮ ਪਿਆ ਹੈ ਸ਼ਹੀਦਾਂ ਦੇ ਸਰਤਾਜ। 6ਵੇਂ ਜਾਮੇ ਦੇ ਅੰਦਰ ਮੀਰੀ ਪੀਰੀ ਧਾਰਨ ਕੀਤੀ ਹੈ, ਨਾਮ ਪੈ ਗਿਆ ਮੀਰੀ ਪੀਰੀ ਦੇ ਮਾਲਕ। ਕਲਗੀ ਨੂੰ ਧਾਰਨ ਕਰਦੇ ਨੇ, ਨਾਮ ਪੈ ਗਿਆ ਕਲਗੀਧਰ। ਪੁਰਸ਼ਾਰਥ ਨੂੰ ਧਾਰਨ ਕੀਤਾ ਹੈ, ਬਲੀ ਬਲਵਾਨ ਯੋਧੇ ਨੇ, ਨਾਮ ਪੈ ਗਿਆ ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰ ਉਪਕਾਰੀ। 8ਵੇਂ ਜਾਮੇ ਦੇ ਅੰਦਰ ਸਾਰਿਆਂ ਜੀਵਾਂ ਦੇ ਦੁੱਖਾਂ ਨੂੰ ਹਰਦੇ ਨੇ। ਸੋ ਜਿਸ ਵੇਲੇ ਦਿੱਲੀ ਦੇ ਵਿੱਚ ਵੱਡੀ ਭਾਰੀ ਮਹਾਮਾਰੀ ਫੈਲੀ ਹੋਈ ਏ, ਚੁਬੱਚੇ ਦੇ ਵਿੱਚ ਆਪਣਾ ਚਰਨ ਡੁਬੋ ਦਿੱਤਾ। ਇਸ ਜਲ ਨੂੰ ਜਿਹੜਾ ਜਿਹੜਾ ਵੀ ਛਕੇਗਾ ਰੋਗ ਦੀ ਨਿਵਰਤੀ ਹੋ ਜਾਵੇਗੀ। ਇਸ ਪ੍ਰਕਾਰ ਸਾਰਿਆਂ ਦੇ ਰੋਗਾਂ ਦੀ ਨਿਵਰਤੀ ਕਰ ਦਿੱਤੀ। ਨਾਮ ਪੈ ਗਿਆ ਜੀ ਦੁੱਖ ਹਰਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਵਾਂ ਜਾਮਾ ਧਾਰਨ ਕਰਕੇ ਧਰਮ ਦੇ ਹੇਤ ਆਪਣਾ ਸੀਸ ਕੁਰਬਾਨ ਕਰਨਾ ਕੀਤਾ ਹੈ। ਨਾਮ ਪੈ ਗਿਆ ਤਿਲਕ ਜੰਨੂ ਰਾਖਾ ਪ੍ਰਭ ਤਾਕਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਧਰਮ ਰੱਖਿਆ ਕਹਨ, ਤਿਲਕ ਦੇ ਜੰਨੂ ਦੇ ਰਖਵਾਲੇ ਹਨ। ਆਪਣੀ ਸ਼ਹਾਦਤ ਦੇਣਾ ਕੀਤੀ ਏ, ਪਰ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਦੀ ਰਖਵਾਲੀ ਕਰਨਾ ਕੀਤੀ ਏ। ਇਸ ਪ੍ਰਕਾਰ ਧਰਮ ਰੱਖਿਅਕ ਨਾਮ ਪਿਆ ਹੈ। 10ਵੇਂ ਜਾਮੇ ਦੇ ਅੰਦਰ ਵੀ ਬੇਅੰਤ ਕੌਤਕ ਕੀਤੇ ਨੇ। ਬਾਲਕ ਉਮਰ ਦੇ ਅੰਦਰ ਕੌਤਕ ਕਰਦੇ ਨੇ, ਨਾਮ ਪੈ ਗਿਆ ਬਾਲਾ ਪ੍ਰੀਤਮ। ਇਸੇ ਪ੍ਰਕਾਰ ਘੋੜੇ ਦੀ ਸਵਾਰੀ ਕਰਦੇ ਨੇ, ਨੀਲੇ ਦੇ ਸ਼ਾਹ ਸਵਾਰ। ਕਲਗੀ ਨੂੰ ਧਾਰਨ ਕੀਤਾ ਹੈ, ਕਲਗੀ ਧਰ ਦਸ਼ਮੇਸ਼ ਪਿਤਾ। 10ਵੇਂ ਗੁਰੂ ਨੇ ਦਸਮ ਪਿਤਾ, ਦਸ਼ਮੇਸ਼ ਪਿਤਾ ਨਾਮ ਪੈ ਗਿਆ। ਇਸੇ ਪ੍ਰਕਾਰ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਅੰਮ੍ਰਿਤ ਕੇ ਦਾਤੇ। 5 ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛਕਿਆ, ਆਪੇ ਗੁਰ ਚੇਲਾ। ਸਰਬੰਸ ਕੁਰਬਾਨ ਕਰਨਾ ਕੀਤਾ ਹੈ, ਸਰਬੰਸ ਦਾਨੀ। ਤਖਤਾਂ ਨੂੰ ਆਪ ਜੀ ਨੇ ਰਚਨਾ ਕੀਤਾ ਤੇ ਤਖਤਾਂ ਵਾਲੇ। ਇਸੇ ਪ੍ਰਕਾਰ ਸ਼ਾਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਬਾਸ ਨੂੰ ਧਾਰਨ ਕਰਦੇ ਨੇ। ਰਾਜੇ ਆਕਰ ਕੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ, ਰਾਜਨ ਕੇ ਰਾਜਾ। ਮਹਾਰਾਜੇ ਆ ਕੇ ਨਮਸਕਾਰਾਂ ਕਰਦੇ ਨੇ, ਮਹਾਰਾਜਨ ਕੇ ਮਹਾਰਾਜਾ। ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਸਾਖਿਆਤਕਾਰ ਸਰਗੁਣ ਸਰੂਪ ਧਾਰਨ ਕਰਕੇ ਜਿਹੜੇ ਜਿਹੜੇ ਕੌਤਕ ਕਰਨਾ ਕੀਤੇ, ਤਿਨਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਫਰਮਾਵਣਾ ਕਰਦੇ ਨੇ ਕਿ ਜਿਹੜੇ ਨਾਮ ਹਨ ਉਹ ਕਿਰਤਮ ਨਾਮ ਪਏ ਹਨ। ਇਸੇ ਪ੍ਰਕਾਰ ਜਿਸ ਵੇਲੇ ਆਪ ਜੀ ਨੇ ਕ੍ਰਿਸ਼ਨ ਰੂਪ ਧਾਰਨਾ ਕੀਤਾ ਹੈ ਤੇ ਤਿਸ ਵੇਲੇ ਸਾਧ ਸੰਗਤ ਜੀ ਗੋਕੁਲ ਦੇ ਅੰਦਰ ਆਪ ਜੀ ਬੇਅੰਤ ਪ੍ਰਕਾਰ ਦੇ ਕੌਤਕ ਵਰਤਾਉਂਦੇ ਨੇ। ਗੋਕੁਲ ਨਗਰ ਦੀਆਂ ਇਸਤਰੀਆਂ ਨੇ ਇਕੱਠੇ ਹੋ ਕਰਕੇ ਕ੍ਰਿਸ਼ਨ ਭਗਵਾਨ ਜੀ ਦੀ ਮਾਤਾ ਜੀ ਦੇ ਕੋਲ ਸ਼ਿਕਾਇਤ ਕੀਤੀ ਏ, ਇਹ ਜਿਹੜਾ ਆਪ ਜੀ ਦਾ ਕਾਨਾ ਹੈ ਬੜਾ ਨਟਖਟ ਹੈ, ਸਾਡੇ ਮੱਖਣ ਨੂੰ ਚੋਰੀ ਕਰ ਲੈਂਦਾ ਹੈ, ਖਾ ਲੈਂਦਾ ਹੈ, ਘੜੇ ਭੰਨ ਦਿੰਦਾ ਹੈ। ਇਸ ਪ੍ਰਕਾਰ ਸਾਨੂੰ ਇਸ ਨੇ ਬਹੁਤਾ ਪਰੇਸ਼ਾਨ ਕੀਤਾ ਹੋਇਆ ਹੈ। ਤੇ ਮਾਤਾ ਯਸ਼ੋਦਾ ਜੀ ਨੇ ਸਾਰਿਆਂ ਦੇ ਉਲਾਂਭੇ ਸੁਣ ਕਰਕੇ ਗੋਕੁਲ ਦੀਆਂ ਸਾਰੀਆਂ ਰਸੀਆਂ ਲੈ ਕਰਕੇ ਆਪ ਜੀ ਦੇ ਪੇਟ ਦੇ ਉੱਪਰ ਪਾ ਕਰਕੇ ਵੱਡੇ ਭਾਰੀ ਓਖਲ ਦੇ ਨਾਲ ਬੰਨ ਦੇਣਾ ਕੀਤਾ ਸੀ। ਜਿਸ ਵੇਲੇ ਪੇਟ ਦੇ ਉੱਪਰ ਰਸੀਆਂ ਪਾ ਕਰਕੇ ਬੰਨਿਆ, ਇਸੇ ਪ੍ਰਕਾਰ ਦਾਮ ਨਾਮ ਹੈ ਰਸੀਆਂ ਦਾ, ਉਦਰ ਨਾਮ ਹੈ ਪੇਟ ਦਾ। ਜਿਸ ਨੇ ਆਪਣੇ ਪੇਟ ਨੂੰ ਰਸੀਆਂ ਦੇ ਨਾਲ ਬਣਵਾ ਲਿਆ ਹੈ, ਕਿਰਤਮ ਨਾਮ ਹੋ ਗਿਆ, ਸੋ ਨਾਮ ਪੈ ਗਿਆ ਦਮੋਦਰ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਓਖਲ ਦੇ ਨਾਲ ਬੰਨ ਦਿੱਤਾ ਤੇ ਆਪਣੇ ਆਪ ਨੂੰ ਛਡਾਉਣ ਵਾਸਤੇ ਤੇ ਇਸੇ ਪ੍ਰਕਾਰ ਉਧਾਰ ਕਰਨ ਵਾਸਤੇ ਕ੍ਰਿਸ਼ਨ ਭਗਵਾਨ ਜੀ ਉਖਲ ਨੂੰ ਖਿੱਚ ਕਰਕੇ ਲੈ ਤੁਰੇ ਨੇ। ਜਿਹੜੇ ਜੁੜਵਾਂ ਦਰਖਤ ਸਨ ਉਹਨਾਂ ਵਿੱਚ ਉਖਲ ਨੂੰ ਫਸਾ ਕਰਕੇ ਜ਼ੋਰ ਦੇ ਨਾਲ ਖਿੱਚਿਆ। ਜਿਹੜੇ ਦੋਵੇਂ ਦਰਖਤ ਸਨ ਜੁੜਵਾਂ, ਇਹ ਜੜ ਤੋਂ ਬੁੱਢ ਤੋਂ ਹੀ ਪੁੱਟੇ ਗਏ। ਵਿੱਚੋਂ 2 ਰੂਹਾਂ ਪ੍ਰਗਟ ਹੋਈਆਂ। ਤਿੰਨਾਂ ਨੂੰ ਪੁੱਛਿਆ, ਭਾਈ ਤੁਸੀਂ ਕੌਣ ਹੋ? ਇਹਨਾਂ ਦੇ ਦੱਸਣਾ ਕੀਤਾ, ਅਸੀਂ ਦੋਵੇਂ ਕੁਬੇਰ ਦੇ ਪੁੱਤਰ ਹਾਂ। ਸੋ ਇਸ ਪ੍ਰਕਾਰ ਧਨ ਅਤੇ ਕੁਬਰ ਸਾਡਾ ਨਾਮ ਹੈ। ਪੁੱਛਿਆ, ਤੁਸੀਂ ਇਹ ਦਰਖਤ ਕਿਵੇਂ ਬਣ ਗਏ? ਇਹਨਾਂ ਨੇ ਦੱਸਣਾ ਕੀਤਾ, ਅਸੀਂ ਨਿਰਵਸਤਰ ਹੋ ਕਰਕੇ ਨਗਨ ਅਵਸਥਾ ਦੇ ਵਿੱਚ ਸੋ ਨਦੀ ਦੇ ਵਿੱਚ ਨਹਾਉਂਦੇ ਸੀ, ਅਠਕੇਲੀਆਂ ਸ਼ਰਾਰਤਾਂ ਕਰਦੇ ਸੀ। ਤੇ ਇਸ ਵੇਲੇ ਨਾਰਦ ਮੁਨੀ ਜੀ ਆ ਗਏ। ਉਹਨਾਂ ਨੇ ਸਮਝਾਵਣਾ ਕੀਤਾ, ਬਾਲਕੋ ਇਸ ਪ੍ਰਕਾਰ ਨਗਨ ਅਵਸਥਾ ਦੇ ਵਿੱਚ ਨਹੀਂ ਇਸ਼ਨਾਨ ਕਰੀਦਾ, ਕੋਈ ਨਾ ਕੋਈ ਵਸਤਰ ਪਹਿਨ ਕਰਕੇ ਹੀ ਇਸ਼ਨਾਨ ਕਰਨਾ ਚਾਹੀਦਾ ਹੈ। ਜਲ ਦੇ ਵਿੱਚ ਪ੍ਰਵੇਸ਼ ਕੀਤੀ ਉਹ ਵੀ ਨਗਨ ਅਵਸਥਾ ਦੇ ਵਿੱਚ ਇਹ ਯੋਗ ਨਹੀਂ। ਵਸਤਰ ਪਹਿਨ ਕਰਕੇ ਸੋ ਤੇੜੋਂ ਨੰਗੇ ਹੋ ਕਰਕੇ ਨਹੀਂ ਨਹਾਈਦਾ, ਤੇੜ ਵਸਤਰ ਪਹਿਨ ਕਰਕੇ ਨਹਾਵਣਾ ਹੈ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਵੱਡੀ ਭਾਰੀ ਕਿਰਪਾਲਤਾ ਕੀਤੀ ਏ। 5 ਕਕਾਰਾਂ ਦੇ ਅੰਦਰ ਇੱਕ ਕਾਕਾਰ ਤੇੜ ਪਹਿਨਣ ਵਾਸਤੇ ਇੱਕ ਸ਼ਹਿਰਾ ਬਖਸ਼ਿਸ਼ ਕਰਨਾ ਕੀਤਾ ਹੈ, ਜਿਹੜਾ ਜਿਉਂਦਿਆਂ ਮੋਇਆਂ ਦਾ ਪੜਦਾ ਹੈ। ਰਹੋ ਵਿਚਾਰ ਬਾਲਕੋ, ਨਗਨ ਅਵਸਥਾ ਵਿੱਚ ਨਦੀਆਂ ਦਰਿਆਵਾਂ ਵਿੱਚ ਪ੍ਰਵੇਸ਼ ਨਹੀਂ ਕਰੀਦਾ। ਤੇ ਕਹਿਣ ਲੱਗੇ ਤੇ ਇਸ ਵੇਲੇ ਸਾਨੂੰ ਸ਼ਰਾਰਤ ਸੁੱਝੀ। ਨਾਰਦ ਮੁਨੀ ਵੱਲ ਨੂੰ ਮੁੱਖ ਕਰਕੇ ਉਹਨਾਂ ਵੱਲ ਨੂੰ ਅਸਾਂ ਨੇ ਸੋ ਸ਼ਰਲਾ ਮਾਰਨਾ ਕੀਤਾ, ਗੜ ਤੋੜਨਾ ਕੀਤਾ। ਵੱਡੀ ਭਾਰੀ ਬੇਅਦਬੀ ਸਮਝ ਕਰਕੇ ਨਾਰਦ ਮੁਨੀ ਜੀ ਨੇ ਫਿਰ ਇਸ ਵੇਲੇ ਸ਼ਰਾਪ ਦੇਣਾ ਕੀਤਾ, ਦੋਵੇਂ ਹੀ ਇਤਨੀਆਂ ਵੱਡੀਆਂ ਭਾਰੀਆਂ ਸ਼ਰਾਰਤਾਂ ਕਰਦੇ ਹੋ, ਜਾਓ ਜਾ ਕਰਕੇ ਜੁੜਵਾਂ ਦਰਖਤ ਬਣੋ। ਇਸ ਕਰਕੇ ਮਹਾਰਾਜ ਜੀ ਉਸ ਸਮੇਂ ਤੋਂ ਜੁੜਵਾਂ ਦਰਖਤ ਬਣੇ ਆ। ਤੁਸਾਂ ਨੇ ਓਖਲ ਦੇ ਨਾਲ ਇਹਨਾਂ ਦਰਖਤਾਂ ਨੂੰ ਜੜਾਂ ਤੋਂ ਉਖਾੜ ਕਰਕੇ ਸਾਡਾ ਉਧਾਰ ਕੀਤਾ ਹੈ। ਇਸ ਪ੍ਰਕਾਰ ਕ੍ਰਿਸ਼ਨ ਜੀ ਨੂੰ ਪੇਟ ਤੋਂ ਰੱਸੀ ਪਾ ਕਰਕੇ ਮਾਤਾ ਯਸ਼ੋਦਾ ਜੀ ਨੇ ਬੰਨਣਾ ਕੀਤਾ ਸੀ। ਕਿਰਤਮ ਨਾਮ ਦਮੋਦਰ ਹੋਇਆ। ਸੋ ਸਾਧ ਸੰਗਤ ਜੀ ਇਸੇ ਪ੍ਰਕਾਰ ਗੁਰਬਾਣੀ ਦੇ ਅਨੁਸਾਰ ਜਿਹੜੇ ਪ੍ਰਮਾਤਮਾ ਜੀ ਆਪਣੇ ਭਗਤਾਂ ਦੇ ਪਾਸੋਂ ਪ੍ਰੇਮ ਰੂਪੀ ਰੱਸੀਆਂ ਦੇ ਨਾਲ ਆਪਣੇ ਆਪ ਨੂੰ ਬਣਵਾ ਲੈਂਦੇ ਨੇ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੂੰ ਪ੍ਰਮਾਤਮਾ ਜੀ ਨੇ ਬਚਨ ਕਰਨਾ ਕੀਤਾ ਸੀ, ਜਾਂ ਰਵਿਦਾਸ ਬੰਦਗੀ ਕਰਕੇ ਪ੍ਰੇਮ ਕਰਕੇ ਸਾਨੂੰ ਤੂੰ ਪ੍ਰਗਟ ਤੇ ਕਰ ਲਿਆ, ਪਰ ਜੇ ਤੈਨੂੰ ਅਸੀਂ ਮੋਹ ਦੀਆਂ ਫਾਈਆਂ ਪਾ ਕਰਕੇ ਰੱਸੀਆਂ ਪਾ ਕਰਕੇ ਬੰਧਨ ਪਾ ਕੇ ਬੰਧ ਦਈਏ ਫਿਰ ਕੀ ਕਰੇਗਾ? ਤੇ ਭਗਤ ਰਵਿਦਾਸ ਸਾਹਿਬ ਜੀ ਨੇ ਖਾਲਸਾ ਜੀ ਬਚਨ ਕਰਨਾ ਕੀਤਾ ਸੀ, हे परमात्मा जी जाओ हम बांधे मोह फास, हम प्रेम बदन तुम बांधे, अपने छूटन को जतन करो, हम छूटे तुम आराधे। महाराज सानू ते साडे पूर्वेले जन्मां दे अनुसार मोह इत्यादि दीआं फाइयां पा के बन्नोगे,
ਆਪ ਜੀ ਰੱਬ ਹੋ, ਪਰਮਾਤਮਾ ਹੋ, ਆਪ ਜੀ ਦਾ ਨਾਮ ਜਪ ਕੇ ਪਹਿਲਾਂ ਵੀ ਛੁੱਟੇ ਆ, ਫਿਰ ਬੰਨ ਦੇਵੋਗੇ ਫਿਰ ਛੁੱਟ ਜਾਵਾਂਗੇ। ਪਰ ਜਿਹੜੀ ਪ੍ਰੇਮ ਰੂਪੀ ਡੋਰੀ, ਪ੍ਰੇਮ ਰੂਪੀ ਬੰਧਨ ਅਸੀਂ ਤੁਹਾਨੂੰ ਪਾਇਆ ਹੈ, ਤੁਸੀਂ ਉਸ ਬੰਧਨ ਤੋਂ ਕਿਵੇਂ ਛੁੱਟੋਗੇ? ਸਾਡੇ ਪਿਆਰ ਦੇ ਬੰਧਨ ਚੋਂ ਛੁੱਟਣ ਵਾਸਤੇ ਤੁਸੀਂ ਕਿਹੜੇ ਰੱਬ ਦਾ ਨਾਮ ਜਪੋਗੇ? ਭਾਵ ਤੁਸੀਂ ਸਾਡੇ ਪਿਆਰ ਰੂਪੀ, ਪ੍ਰੇਮ ਰੂਪੀ ਬੰਧਨ ਤੋਂ ਨਹੀਂ ਛੁੱਟ ਸਕਦੇ ਹੋ। ਇਸੇ ਪ੍ਰਕਾਰ ਪਾਵਨ ਬਚਨ ਹਨ ਨਾ ਜੀ ਕਿ ਭਗਤ ਜਨ ਸਾਨੂੰ ਪ੍ਰੇਮ ਦੇ ਨਾਲ ਬੰਨ ਲੈਂਦੇ ਨੇ ਤੇ ਅਸੀਂ ਨਹੀਂ ਛੁੱਟ ਸਕਦੇ। ਤੇ ਭਗਤ ਜਨਾਂ ਨੇ ਸੰਸਾਰ ਦੇ ਜਿਹੜੇ ਬੰਧਨ ਨੇ ਤਿੰਨਾਂ ਨੂੰ ਆਪਣੇ ਬਚਨਾਂ ਦੇ ਨਾਲ ਤੋੜ ਦੇਣਾ ਕੀਤਾ ਹੈ। ਪਰ ਜੇਕਰ ਭਗਤ ਜਨ ਸਾਨੂੰ ਵੀ ਬੰਨ ਲੈਣ ਤਾਂ ਫੁਨ ਮੋਹ ਪੈ ਜਵਾਬ ਨਾ ਹੋਏ। ਸਾਡੇ ਪਾਸੋਂ ਭਗਤ ਜਨਾਂ ਨੂੰ ਜਵਾਬ ਨਹੀਂ ਦਿੱਤਾ ਜਾਂਦਾ। ਪ੍ਰੇਮ ਰੂਪੀ ਰਸਨ ਬੰਧਨ ਦੇ ਨਾਲ ਆਪਣੇ ਆਪ ਨੂੰ ਬਣਵਾ ਲੈਂਦੇ ਹਾਂ। ਹਜ਼ੂਰ ਜੀ ਨੇ ਇਹ ਜਿਹੜਾ ਕੀਰਤਨ ਨਾਮ ਵਾਹਿਗੁਰੂ ਜੀ ਦਾ ਕਥਨ ਕਰਨਾ ਕੀਤਾ ਹੈ, ਜਿਹੜਾ ਆਪਣੇ ਆਪ ਨੂੰ ਭਗਤਾਂ ਦੀ ਪਿਆਰ ਰੂਪੀ ਡੋਰੀ ਰੱਸੀ ਦੇ ਨਾਲ ਬਣਵਾ ਲੈਂਦੇ ਨੇ, ਸੋ ਕਹਿਣਾ ਕਰੀਏ ਦਮੋਦਰ ਸਿਮਰ ਮਨਾ ਦਮੋਦਰ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦਮੋਦਰ ਹੈ, ਦੁੱਖਾਂ ਨੂੰ ਹਰਨੇ ਵਾਲਾ ਹੈ, ਦੁੱਖਾਂ ਨੂੰ ਨਾਸ਼ ਕਰਨੇ ਵਾਲਾ ਹੈ, ਐਸੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਜਪਦਾ ਰਹੋ। ਭੈ ਭੰਜਨ ਹਰਿ ਰਾਇਆ। ਜਿਹੜਾ ਪ੍ਰਮਾਤਮਾ ਭੈ ਨਾਮ ਹੈ ਡਰ ਦਾ, ਸਾਰੇ ਡਰਾਂ ਨੂੰ ਭੰਜਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਇਸੇ ਪ੍ਰਕਾਰ ਚਾਹੇ ਪ੍ਰਤੱਖ ਦੁਸ਼ਮਣ ਦਾ ਡਰ ਹੋਵੇ, ਵਿਕਾਰਾਂ ਦਾ ਡਰ ਹੋਵੇ, ਜਮਾਂ ਦਾ ਡਰ ਹੋਵੇ, ਜੰਮਣ ਮਰਨ ਦਾ ਡਰ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਇਤਨੇ ਜ਼ਿਆਦਾ ਭੈ, ਭਾਵੇਂ ਕਿ 7 ਪ੍ਰਕਾਰ ਦੇ ਵਿਦਵਾਨ ਜਨਾਂ ਨੇ ਵੱਡੇ ਮੰਨੇ ਨੇ, ਛੋਟੇ ਬੇਅੰਤ ਪ੍ਰਕਾਰ ਦੇ ਨੇ, ਸਾਰੇ ਹੀ ਜਿਹੜੇ ਭੈ ਹਨ, ਡਰ ਹਨ, ਤਿੰਨਾਂ ਨੂੰ ਭੰਜਨ ਹਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨਾਸ਼ ਕਰਨ ਵਾਲੇ ਹਨ। ਜੋ ਕਿ ਭੰਜਨ ਹਰ ਰਾਇਆ, ਹਰ ਹਰੀ ਪ੍ਰਮਾਤਮਾ ਦੁੱਖਾਂ ਨੂੰ ਹਰ ਲੈਣ ਵਾਲੇ, ਪਾਪਾਂ ਨੂੰ ਵਿਕਾਰਾਂ ਨੂੰ ਹਰ ਲੈਣ ਵਾਲੇ, ਸਭਨਾਂ ਦੇ ਤਨ ਮਨ ਨੂੰ ਪ੍ਰਫੁੱਲਤ ਹਰਿਆ ਭਰਿਆ ਕਰਨੇ ਵਾਲੇ ਰਾਇਆ ਪ੍ਰਕਾਸ਼ ਸਰੂਪ ਹਨ, ਜਿਨ੍ਹਾਂ ਦਾ ਪ੍ਰਕਾਸ਼ ਚੇਤਨ ਸੱਤਾ ਆਤਮ ਸੱਤਾ ਹੋ ਕਰਕੇ ਸਭਨਾਂ ਦੇ ਅੰਦਰ ਵਸਦਾ ਹੈ। ਰਾਇਆ ਜੋ ਸਾਰਿਆਂ ਦੇ ਵਿੱਚੋਂ ਰਾਜਾ ਸਰੂਪ ਹਨ, ਸਰਬ ਸ੍ਰੇਸ਼ਟ ਹਨ। ਐਸੇ ਵਾਹਿਗੁਰੂ ਜੀ ਦੇ ਨਾਮ ਨੂੰ ਮੇਰਿਆ ਮਨਾ ਜਪਣਾ ਕਰ। ਸ਼੍ਰੀ ਰੰਗੋ ਦਇਆਲ ਮਨੋਹਰ। ਜੋ ਪ੍ਰਮਾਤਮਾ ਜੀ ਸ੍ਰੀ ਰੰਗੋ, ਸ੍ਰੀ ਨਾਮ ਮਾਇਆ ਦਾ ਹੈ, ਰੰਗੋ ਨਾਮ ਆਨੰਦ ਦਾ ਹੈ। ਮਾਇਆ ਨੂੰ ਵੀ ਆਨੰਦ ਬਖਸ਼ਣੇ ਵਾਲੇ ਨੇ। ਮਾਇਆ ਨੂੰ ਪ੍ਰਾਪਤ ਕਰਕੇ ਸੰਸਾਰ ਦੇ ਜੀਵ ਆਨੰਦ ਮਾਣਦੇ ਨੇ, ਭਾਵੇਂ ਥੋੜੇ ਸਮੇਂ ਦਾ ਮਾਣਦੇ ਨੇ, ਪਰ ਤੇ ਇਸ ਸ੍ਰੀ ਮਾਇਆ ਨੂੰ ਆਨੰਦ ਪ੍ਰਮਾਤਮਾ ਜੀ ਬਖਸ਼ਣ ਵਾਲੇ ਨੇ। ਇਸੇ ਪ੍ਰਕਾਰ ਸ੍ਰੀ ਰੰਗੋ ਮਾਇਆ ਦੁਆਰਾ ਜੋ ਜੀਵਾਂ ਨੂੰ ਸੁਖ ਬਖਸ਼ਣੇ ਵਾਲੇ ਹਨ, ਸ੍ਰੀ ਰੰਗੋ ਮਾਇਆ ਦੇ ਮੋਹ ਦੇ ਵਿੱਚੋਂ ਬਾਹਰ ਕਰਕੇ ਆਪਣਾ ਰੰਗ ਪ੍ਰੇਮ ਲਾ ਦੇਣ ਵਾਲੇ ਹਨ। ਐਸਾ ਜੋ ਦਇਆਲ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਭਨਾਂ ਦੇ ਉੱਪਰ ਦਇਆਲਤਾ ਕਰਨੇ ਵਾਲਾ ਹੈ। ਮਨੋਹਰ ਇਤਨਾ ਸੁੰਦਰ ਸਰੂਪ ਹੈ, ਸਭਨਾਂ ਦੇ ਮਨ ਨੂੰ ਹਰ ਲੈਣ ਵਾਲਾ ਹੈ, ਸਭਨਾਂ ਦੇ ਮਨ ਨੂੰ ਮੋਹ ਲੈਣ ਵਾਲਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਜੋ ਆਪਣੇ ਦਾਸਾਂ ਦੇ ਸੇਵਕਾਂ ਦੇ ਹਿਰਦਿਆਂ ਦੇ ਅੰਦਰੋਂ ਦੁਨਿਆਵੀ ਬੰਧਨ ਅਤੇ ਮੋਹ ਨੂੰ ਹਨ ਨਾਸ਼ ਕਰਨੇ ਵਾਲਾ ਹੈ, ਪਿਆਰ ਦੇ ਸਹਿਤ ਸਭਨਾਂ ਦੇ ਚਿੱਤ ਨੂੰ ਚੁਰਾ ਲੈਣ ਵਾਲਾ ਹੈ। ਜੋ ਭਗਤ ਵਛਲ ਬਿਰਦਾਇਆ। ਸੋ ਭਗਤ ਵਛਲ ਜਿਸ ਦਾ ਬਿਰਦ ਹੈ, ਆਦ ਸਮੇਂ ਤੋਂ ਮੁੱਢ ਕਦੀਮਾ ਤੋਂ ਸੁਭਾਵ ਹੈ ਜਿਸ ਦਾ, ਪੁਰਾਤਨ ਸਮੇਂ ਤੋਂ ਸੁਭਾਵ ਹੈ ਜਿਸ ਦਾ ਭਗਤ ਵਛਲ। ਸੋ ਭਗਤਾਂ ਨੂੰ ਪਿਆਰ ਕਰਨਾ। ਸਾਧ ਸੰਗਤ ਜੀ ਜਿਵੇਂ ਗਊ ਆਪਣੇ ਵਛੜੇ ਦੇ ਨਾਲ ਪਿਆਰ ਕਰਦੀ ਹੈ ਨਾ, ਪਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨਾਮ ਜਪਣ ਵਾਲੇ ਆਪਣੇ ਭਗਤਾਂ ਦੇ ਨਾਲ ਪਿਆਰ ਕਰਦੇ ਨੇ, ਇਸ ਕਰਕੇ ਨਾਮ ਭਗਤ ਵਛਲ ਹੈ। ਸੋ ਭਗਤ ਵਛਲ ਹੋਣਾ ਜਿਸ ਦਾ ਪੁਰਾਤਨ ਤੋਂ ਪੁਰਾਤਨ ਮੁੱਢ ਕਦੀਮਾ ਦਾ ਸੁਭਾਅ ਹੈ, ਐਸੇ ਵਾਹਿਗੁਰੂ ਜੀ ਦੇ ਨਾਮ ਨੂੰ ਜਪ। ਭਗਤ ਵਛਲ ਪੁਰਖ ਪੂਰਨ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਭਗਤ, ਸੋ ਇਥੇ ਤਤੇ ਨੂੰ ਸਿਹਾਰੀ ਹੈ, ਭਗਤੀ ਕਰਨ ਵਾਲਿਆਂ ਦੇ ਨਾਲ ਵਛਲ ਬਹੁਤਾ ਅਤਿਅੰਤ ਪਿਆਰ ਕਰਨੇ ਵਾਲਾ ਹੈ। ਸੋ ਪੁਰਖ ਪੁਰਖ ਸਰੂਪ ਹੈ, ਇਸ ਜਗ ਮਹਿ ਪੁਰਖ ਏਕ ਹੈ, ਪੂਰ ਸਗਲੀ ਨਾਰ ਸਬਾਈ। ਪੁਰਖ ਪੁਰਸ਼ਾਰਥ ਦੇ ਦੇਣ ਵਾਲਾ ਹੈ, ਪੁਰਖ ਆਪ ਪੁਰਸ਼ਾਰਥ ਦੇ ਸਹਿਤ ਹੈ। ਰਖ ਪੁਰਖ ਪੂ ਨਾਮੀ ਨਰਕਾਂ ਦੇ ਵਿੱਚ ਪੈਣ ਤੋਂ ਰੱਖਿਆ ਕਰਨ ਵਾਲਾ ਹੈ। ਪੁਰਖ ਜੋ ਪੁਰੀਆਂ ਹਨ, ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ, ਵਿਸ਼ਨਪੁਰੀ, ਐਸਾ ਬਲਵਾਨ ਹੈ, ਤਿੰਨਾਂ ਸਾਰੀਆਂ ਪੁਰੀਆਂ ਦਾ ਵੀ ਨਾਸ਼ ਕਰਨੇ ਵਾਲਾ, ਖੈ ਕਰਨੇ ਵਾਲਾ ਹੈ। ਪੂਰਨ ਪੂਰਨ ਅਵਸਥਾ ਵਾਲਾ ਹੈ, ਕਿਸੇ ਪ੍ਰਕਾਰ ਦਾ ਅਧੂਰਾਪਣ ਨਹੀਂ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ। ਸੋ ਜੋ ਐਸਾ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ। ਐਸਾ ਪੂਰਨ ਹੈ ਜਿਹੜਾ ਕਦੇ ਵੀ ਘੱਟ ਵੱਧ ਨਹੀਂ ਹੁੰਦਾ ਹੈ।
ਸੋ ਇਸੇ ਪ੍ਰਕਾਰ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪੂਰਨ ਰੂਪ ਦੇ ਅੰਦਰ ਜ਼ਰਰੇ ਜ਼ਰਰੇ ਦੇ ਅੰਦਰ ਕਿਣਕੇ ਕਿਣਕੇ ਦੇ ਅੰਦਰ ਹਰ ਇੱਕ ਜੀਵ ਦੇ ਅੰਦਰ ਪਰਿਪੂਰਨ ਹੈ, ਵਸਿਆ ਹੋਇਆ ਹੈ, ਸਮਾਇਆ ਹੋਇਆ ਹੈ। ਮਨਹਿ ਚਿੰਦਿਆ ਪਾਈਐ ਹੇ ਮੇਰਿਆ ਮਨਾ, ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦੇ ਨਾਲ ਮਨ ਹੀ ਚਿੰਦਿਆ, ਮਨ ਇਸ਼ਤ ਫਲ ਪਾਈਦੇ ਹਨ। ਮਨ ਇਸ਼ਤ ਪਦਾਰਥ ਸਾਰੇ ਸਹਿਜ ਹੀ ਸੁਭਾਵਿਕ ਹੀ ਪ੍ਰਾਪਤ ਹੋ ਜਾਂਦੇ ਹਨ ਜਦੋਂ ਪਿਆਰ ਦੇ ਨਾਲ ਤਿਸ ਦਾ ਨਾਮ ਜਪਿਆ ਜਾਵੇ। ਸਤਨਾਮ ਸ੍ਰੀ ਵਾਹਿਗੁਰੂ। ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਹੀ ਜਪਦਾ ਰਹੋ। ਤਮ ਅੰਧ ਕੂਪ ਤੇ ਉਧਾਰੈ। ਤਮ ਨਾਮ ਹੈ ਹਨੇਰੇ ਦਾ, ਇਸੇ ਪ੍ਰਕਾਰ ਅੰਧ ਕੂਪ ਨਾਮ ਹੈ ਅੰਨੇ ਖੂਹੇ ਦਾ। ਜਿਹੜਾ ਸਾਧ ਸੰਗਤ ਜੀ ਜੰਗਲ ਦੇ ਵਿੱਚ ਖੂਹ ਹੋਵੇ, ਮੌਣ ਢੱਠਗੀ ਹੋਵੇ, ਥੜਾ ਨਾ ਹੋਵੇ, ਵੱਡਾ ਵੱਡਾ ਘਾਹ ਤੜਾ ਅੰਦਰ ਲਮਕਦੀਆਂ ਹੋਣ, ਹਰਿਆਵਲਤਾ ਦੇ ਸਹਿਤ ਹੋਣੇ ਕਰਕੇ ਪਤਾ ਨਾ ਲੱਗੇ ਇਸ ਦੇ ਇੱਥੇ ਅੱਗੇ ਖੂਹ ਹੈ, ਮਨੁੱਖ ਸੁਭਾਵਕ ਹੀ ਤੇ ਇਸ ਦੇ ਵਿੱਚ ਡਿੱਗ ਪੈਂਦਾ ਹੈ। ਜਿਵੇਂ ਭਾਈ ਮੰਝ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦੇ ਸਨ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਤੇ ਸਾਧ ਸੰਗਤ ਜੀ ਬਾਲਣ ਲੈਣ ਗਏ ਬਾਹਰ ਜੰਗਲ ਦੇ ਵਿੱਚ, ਅੰਨੇ ਖੂਹੇ ਦੇ ਵਿੱਚ ਡਿੱਗ ਪਏ ਸਨ। ਸਤਿਗੁਰੂ ਜੀ ਨੇ ਖੂਹ ਦੇ ਵਿੱਚੋਂ ਕੱਢ ਕਰਕੇ ਗਲ ਦੇ ਨਾਲ ਲਾ ਕਰਕੇ ਬਚਨ ਕੀਤਾ ਸੀ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਸੋ ਸਾਧ ਸੰਗਤ ਜੀ, ਇਹ ਜਿਹੜਾ ਸਰੀਰ ਹੈ ਇਹ ਮੋਹ ਦਾ ਅੰਨਾ ਖੂਹ ਹੈ। ਇਹ ਜਿਹੜਾ ਪਰਿਵਾਰ ਹੈ ਇਹ ਮੋਹ ਦਾ ਅੰਨਾ ਖੂਹ ਹੈ। ਇਹ ਜਿਹੜਾ ਜਗਤ ਸੰਸਾਰ ਹੈ ਇਹ ਮੋਹ ਦਾ ਅੰਨਾ ਖੂਹ ਹੈ, ਜਿਸ ਦੇ ਵਿੱਚ ਜਿਹੜਾ ਜੀਵ ਹੈ ਤਮ ਅਗਿਆਨਤਾ ਦੇ ਹਨੇਰੇ ਨੂੰ ਪ੍ਰਾਪਤ ਕਰਕੇ ਅੰਧਕੂਪ ਅੰਧੇ ਖੂਹੇ ਸੰਸਾਰ ਦੇ ਵਿੱਚ ਡਿੱਗ ਰਿਹਾ ਹੈ। ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਤਮ ਅੰਧਕੂਪ ਤੇ ਉਧਾਰੈ। ਜੋ ਅੰਨਾ ਖੂਹਾ ਸੰਸਾਰ ਪਰਿਵਾਰ ਦਾ ਮੋਹ ਤੇ ਸਰੀਰ ਦਾ ਮੋਹ ਹੈ, ਇਸ ਦੇ ਵਿੱਚੋਂ ਗਿਆਨ ਰੂਪੀ ਚਾਨਣ ਦੇ ਕਰਕੇ ਜੀਵ ਨੂੰ ਉਧਾਰ ਦੇਣ ਵਾਲੇ ਨੇ, ਕੱਢ ਦੇਣ ਵਾਲੇ ਹਨ। ਨਾਮ ਮਨ ਵਸਾਈਐ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਹ ਅੰਨਾ ਖੂਹ ਐਸਾ ਹੈ, ਜੇ 100 ਚੰਦਾ ਉਗਵਾਹੇ ਸੂਰਜ ਚੜ੍ਹੇ 1000, ਇਹ ਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਇੰਨਾ ਜ਼ਿਆਦਾ ਬਾਹਰ ਚਾਨਣ ਵੀ ਹੋਵੇ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਤਾਂ ਵੀ ਹਿਰਦੇ ਦੇ ਅੰਦਰ ਮਨਮੁਖਤਾਈ ਦਾ ਅੰਧ ਗੁਬਾਰ, ਕਾਲਾ ਬੋਲਾ ਹਨੇਰਾ ਛਾਇਆ ਹੀ ਰਹਿੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ, ਗਿਆਨ ਸੁਲਾਕਾ ਦੈ ਗੁਰ ਲੋਚਨ। ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਅੰਦਰ, ਸੁਰਤੀ ਅਤੇ ਸਿਮਰਤੀ ਰੂਪੀ ਨੇਤਰਾਂ ਦੇ ਅੰਦਰ ਗਿਆਨ ਦੀਆਂ ਸੁਲਾਈਆਂ, ਗਿਆਨ ਦਾ ਸੁਰਮਾ, ਗਿਆਨ ਦਾ ਦਾਰੂ ਪਾ ਕਰਕੇ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕਰਕੇ ਸੱਚ ਦਾ ਪ੍ਰਕਾਸ਼ ਕਰ ਦਿੰਦੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਹਜੂਰ ਪਾਤਸ਼ਾਹ ਜੀ ਫਰਮਾਵਣਾ ਕਰਦੇ ਹਨ, ਐਸਾ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਤੇ ਇਸ ਦੇ ਨਾਮ ਨੂੰ ਮਨ ਦੇ ਅੰਦਰ ਵਸਾਈਆ, ਵਸਾਵਣਾ ਕਰੀਏ। ਹਿਰਦੇ ਅੰਦਰੋਂ ਵਿਕਾਰਾਂ ਨੂੰ ਨਾ ਵਸਾਈਏ, ਝੂਠ ਫਰੇਬ ਦਗੇ ਛਲ ਨੂੰ ਨਾ ਵਸਾਵਣਾ ਕਰੀਏ। ਜੋ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕਰਕੇ ਸੱਚ ਦਾ ਪ੍ਰਕਾਸ਼ ਕਰਨੇ ਵਾਲਾ ਹੈ, ਤੇ ਇਸ ਵਾਹਿਗੁਰੂ ਜੀ ਦੇ ਨਾਮ ਨੂੰ ਮਨ ਦੇ ਵਿੱਚ ਵਸਾਵਣਾ ਕਰੀਏ। ਸੁਰ ਸਿੱਧ ਗਣ ਗੰਧਰਵ ਮੁਨ ਜਨ। ਜਿਤਨੇ ਵੀ ਸੁਰ ਦੇਵਤੇ ਹਨ, ਸਿੱਧੀਆਂ ਦੇ ਸਹਿਤ ਸਿੱਧ ਪੁਰਖ ਹਨ। ਇਸੇ ਪ੍ਰਕਾਰ ਗਣ, ਜਿਵੇਂ ਸ਼ਿਵ ਜੀ ਦੇ ਗਣ ਹਨ, ਨੰਦੀ ਭ੍ਰਿੰਗੀ ਇਤਿਆਦਿਕ, ਇਸ ਪ੍ਰਕਾਰ ਗਣੇਸ਼ ਦੇ ਗਣ ਹਨ। ਸਮੂਹ ਗਣਾਂ ਨੂੰ ਵੀ ਜਿਹੜਾ ਵਾਹਿਗੁਰੂ ਜੀ ਦਾ ਨਾਮ ਤਾਰਨੇ ਵਾਲਾ ਹੈ। ਗੰਧਰਵ ਜੋ ਦੇਵਤਿਆਂ ਦੇ ਰਾਗੀ ਹਨ, ਦੇਵਤਿਆਂ ਦੇ ਦਰਬਾਰ ਦੇ ਅੰਦਰ, ਸਵਰਗਪੁਰੀ ਅੰਦਰ ਜਿਹੜੇ ਰਾਗ ਨੂੰ ਗਾਇਨ ਕਰਦੇ ਹਨ ਸਾਧ ਸੰਗਤ ਜੀ, ਤਿਨਾਂ ਨੂੰ ਗੰਧਰਵ ਆਖਿਆ ਜਾਂਦਾ ਹੈ। ਮੋਨੇ ਜਨ, ਨੰਨੇ ਨੂੰ ਸਿਹਾਰੀ ਹੈ। ਮੋਨੇ ਅਰਥ ਬਣਦਾ ਹੈ ਮੁਨੀ, ਮੁਨੀ ਜਨ ਮਹਾਤਮਾ, ਤੇ ਜਨ ਹੋਰ ਵੀ ਜਿਤਨੇ ਸਾਧੂ ਸੰਤ ਹਨ। ਗੁਣ ਅਨੇਕ ਭਗਤੀ ਗਾਇਆ। ਇਹਨਾਂ ਅਨੇਕਾਂ ਨੇ ਹੀ ਅਨੇਕ ਪ੍ਰਕਾਰ ਦੇ ਨਾਲ ਭਗਤੀ ਕਰਦਿਆਂ ਹੋਇਆਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨਾ ਕੀਤਾ ਹੈ। ਜਿਸ ਦੇ ਗੁਣ ਦੇਵਤੇ ਵੀ ਗਾਉਂਦੇ ਨੇ, ਸਿੱਧ ਵੀ ਗਾਉਂਦੇ ਨੇ, ਗਣ ਗਾਉਂਦੇ ਨੇ, ਗੰਧਰਵ ਗਾਉਂਦੇ ਨੇ, ਮੁਨੀ ਜਨ ਸਾਧੂ ਮਹਾਤਮਾ ਸੰਤ ਜਨ ਗਾਉਂਦੇ ਹਨ। ਮੇਰਿਆ ਮਨਾ, ਤੂੰ ਵੀ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਕਰ। ਬਿਨਵੰਤ ਨਾਨਕ ਕਰਹੁ ਕਿਰਪਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਚਾਰਨ ਕਰਕੇ ਸਾਨੂੰ ਜਾਚ ਦੱਸਦੇ ਹਨ ਬੇਨਤੀਆਂ ਕਰਨੇ ਦੀ। ਭਾਈ ਸਦਾ ਬੇਨਤੀਆਂ ਕਰਦੇ ਰਹੋ। ਹੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ,
ਸਾਡੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ। ਪਾਰ ਬ੍ਰਹਮ ਹਰਿ ਰਾਇਆ हे ਪਾਪਾਂ ਪੁੰਨਾਂ ਤੋਂ ਪਾਰ ਪਰਾ ਸਰੂਪ ਜੀਓ, ਬ੍ਰਹਮ ਵਿਆਪਕ ਸਰੂਪ ਜੀਓ, ਸ੍ਰਿਸ਼ਟੀ ਦੇ ਉਰਵਾਰ-ਵਾਰ ਤੋਂ ਪਰੇ ਜੀਓ ਅਤੇ ਸ੍ਰਿਸ਼ਟੀ ਦੇ ਅੰਦਰ ਹੀ ਵਿਆਪਕ ਸਰੂਪ ਜੀਓ। ਹਾਰੇ ਰਾਇਆ ਹਰੀ ਪ੍ਰਮਾਤਮਾ ਪ੍ਰਕਾਸ਼ ਸਰੂਪ ਜੀ, ਸਾਡੇ ਤੇ ਕਿਰਪਾ ਕਰੋ। ਆਪ ਜੀ ਦੇ ਗੁਣਾਂ ਨੂੰ ਗਾਉਂਦੇ ਗਈ ਰਹੀਏ, ਗੁਣ ਗਾਵਾ ਦਿਨ ਰਾਤ, ਨਾਨਕ ਚਾਹੋ ਇਹੋ। ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਇਹ ਮੇਰਿਆ ਮਨਾ, ਜਿਹੜਾ ਪਾਪਾਂ ਪੁੰਨਾਂ ਤੋਂ ਪਰੇ ਹੈ, ਬ੍ਰਹਮ ਵਿਆਪਕ ਸਰੂਪ ਪਾਰ ਬ੍ਰਹਮ, ਸ੍ਰਿਸ਼ਟੀ ਦੇ ਉਰਵਾਰ ਪਾਰ ਤੋਂ ਪਰੇ ਹੈ, ਵਿਆਪਕ ਸਰੂਪ ਹੈ। ਪਰਮੇਸ਼ਰ ਪਰਮ ਈਸ਼ਵਰ, ਜਿਹੜੇ ਈਸ਼ਰ ਦੇਵਤੇ ਕਹੇ ਜਾਂਦੇ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਪਰਮ ਸ੍ਰੇਸ਼ਟ ਈਸ਼ਵਰ ਹੈ। ਸੋ ਇਸ ਪ੍ਰਕਾਰ ਦੇਵਤਿਆਂ ਦਾ ਵੀ ਜਿਹੜਾ ਦੇਵਤਾ ਹੈ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਦੇਵਤਿਆਂ ਨੂੰ ਵੀ ਸ਼ਕਤੀਆਂ ਬਰਕਤਾਂ ਦੇਣੇ ਵਾਲਾ ਹੈ। ਸਾਰੇ ਦੇਵਤੇ ਵੀ ਜਿਸ ਦੇ ਨਾਮ ਨੂੰ ਉਰਾਦਦੇ ਹਨ, ਸੋ ਕਹੀਏ ਪਰਮੇਸ਼ਰ। ਇਸੇ ਪ੍ਰਕਾਰ ਸਾਧ ਸੰਗਤ ਜੀ ਪਾਠ ਪਰਮੇਸ਼ਰ ਵੀ ਆਉਂਦਾ ਹੈ, ਉਸ ਦਾ ਅਰਥ ਹੈ ਪਰਮ ਈਸ਼ਵਰ, ਸਾਰਿਆਂ ਦੇ ਨਾਲੋਂ ਵੱਡਾ ਦੇਵ, ਦੇਵਤਿਆਂ ਦਾ ਵੀ ਦੇਵ ਪਰਮੇਸ਼ਰ। ਪਰਮੇਸ਼ਰ ਔਂਕੜ ਦੇ ਸਹਿਤ ਤੇ ਸੱਸਾ ਜਿਹੜਾ ਮੁਕਤਾ ਹੈ, ਇਹ ਭੇਦ ਦੇ ਸਹਿਤ ਜਿਹੜੇ ਪਾਠ ਹਨ ਆਉਂਦੇ ਹਨ। ਇਸੇ ਪ੍ਰਕਾਰ ਜਿਹੜਾ ਪਰਮੇਸ਼ਰ ਸੁਰ, ਪਰਮੇਸ਼ਰ ਜਿਸ ਨੂੰ ਸੁਰ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਜਿਹੜਾ ਆਪਣੀ ਸੁਰ ਤਾਲ ਚੋਂ ਕਦੇ ਵਿਗੜਦਾ ਨਹੀਂ। ਤੇ ਸਾਧ ਸੰਗਤ ਜੀ ਸੱਤ ਸੁਰਾਂ ਸੰਗੀਤ ਦੀਆਂ ਨੇ ਨਾ, ਇਹ ਰੂਹ ਦੀ ਖੁਰਾਕ ਤਾਂ ਹੀ ਹੈ ਕਿਉਂਕਿ ਸੁਰਾਂ ਦੁਆਰਾ ਪਰਮੇਸ਼ਰ ਨੂੰ ਗਾਵਿਆ ਜਾਂਦਾ ਹੈ। ਜਿਸ ਪਰਮੇਸ਼ਰ ਜੀ ਨੂੰ ਸੁਰ ਤਾਲ ਦੇ ਵਿੱਚ ਰਹਿ ਕਰਕੇ, ਜ਼ਿੰਦਗੀ ਦੀ ਮਰਿਆਦਾ ਦੀ ਸੁਰ ਤਾਲ ਦੇ ਅੰਦਰ ਰਹਿ ਕਰਕੇ, ਰੌਂ ਦੇ ਅੰਦਰ ਰਹਿ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ, ਐਸਾ ਜਿਹੜਾ ਪਰਮੇਸ਼ਰ ਪਰਮਾਤਮਾ ਹੈ, ਤੇ ਇਸ ਦੇ ਨਾਮ ਨੂੰ ਮਨਾ ਸਦਾ ਜਪਦਾ ਰਹੋ। ਸਰਬ ਕਲਾ ਜਿਨ ਧਾਰੀ ਸਾਰੀਆਂ ਕਲਾ, ਸਾਰੀਆਂ ਸ਼ਕਤੀਆਂ ਜਿਸ ਪਰਮੇਸ਼ਰ ਨੇ ਧਾਰਨ ਕਰ ਰੱਖੀਆਂ ਹਨ। ਜਿਵੇਂ ਸਾਧ ਸੰਗਤ ਜੀ ਅਵਤਾਰ ਹੋਏ ਨੇ, ਕੋਈ ਇੱਕ ਕਲਾ, ਕੋਈ ਦੋ ਕਲਾ, ਕੋਈ ਚਾਰ ਕਲਾ। ਇਸੇ ਪ੍ਰਕਾਰ ਰਾਮਚੰਦਰ ਜੀ 14 ਕਲਾ ਤੇ ਕ੍ਰਿਸ਼ਨ ਜੀ ਭਗਵਾਨ 16 ਕਲਾ। ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਅਨੰਤ ਕਲਾ ਹੋਏ ਠਾਕੁਰ ਚੜਿਆ। ਅਨੰਤ ਕਲਾ, ਜਿਨ੍ਹਾਂ ਕਲਾ ਦਾ ਅੰਤ ਨਾ ਆਵੇ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ, ਲੱਖਾਂ ਵਿੱਚ, ਕਰੋੜਾਂ ਵਿੱਚ, ਅਰਬਾਂ ਵਿੱਚ, ਖਰਬਾਂ ਵਿੱਚ, ਨੀਲ ਵਿੱਚ, ਪਦਮ ਵਿੱਚ, ਸੰਖਾਂ ਵਿੱਚ ਵੀ ਨਾ ਹੋ ਸਕੇ, ਜਿਹੜਾ ਅਸੰਖੀ ਹੋਵੇ, ਸੰਖਿਆ ਤੋਂ ਰਹਿਤ, ਅਨਕ, ਜਿਨ੍ਹਾਂ ਕਲਾ ਦੀ ਕੋਈ ਗਿਣਤੀ ਕਰ ਹੀ ਨਹੀਂ ਸਕਦਾ। ਇਤਨੀਆਂ ਕਲਾ ਸ਼ਕਤੀਆਂ ਕਰਾਮਾਤਾਂ ਲੈ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਚੜੇ ਨੇ। ਚੜਿਆ ਸੋਧਣ ਧਰਤ ਲੁਕਾਈ। ਸੋ ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਬੇਅੰਤ ਕਲਾ ਦਾ ਧਾਰਨ ਕਰਨੇ ਵਾਲਾ, ਜਿਸ ਦੀਆਂ ਕਲਾ ਦਾ ਅੰਤ ਨਹੀਂ ਆਉਂਦਾ। ਮੇਰਿਆ ਮਨਾ ਤਿਸ ਦੇ ਨਾਮ ਨੂੰ ਜਪ। ਕਰੁਣਾ ਮੈਂ ਸਮਰਥ ਸੁਆਮੀ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਕਰੁਣਾ ਮੈਂ, ਕਰੁਣਾ ਦਾ ਸਰੂਪ ਹੈ। ਸਾਧ ਸੰਗਤ ਜੀ ਇਹ ਜਿਹੜਾ ਪਾਠ ਹੈ, ਇਹ ਸ਼ੁੱਧ ਮੈਂ ਹੈ, ਇਸ ਨੂੰ ਮੈਂ ਹੀ ਉਚਾਰਨਾ ਹੈ, ਮੰਮੇ ਦੁਲਾਵਾ ਮੈਂ। ਜਿਸ ਪ੍ਰਕਾਰ ਕੀਰਤਨ ਸੁਹੇਲੇ ਦੇ ਅੰਦਰ, ਆਰਤੀ ਦੇ ਅੰਦਰ ਪਾਠ ਆਉਂਦਾ ਨਾ, ਗਗਨ ਮੈਂ ਥਾਲ, ਉੱਥੇ ਵੀ ਮੈਂ ਪੜਨਾ, ਮੈਂ ਨਹੀਂ ਪੜਨਾ। ਗਗਨ ਮੈਂ ਥਾਲ, ਗਗਨ ਦਾ ਭਾਵ ਹੈ ਆਕਾਸ਼, ਜਿਹੜਾ ਸਾਰਾ ਆਕਾਸ਼ ਹੈ, ਥਾਲ ਸਰੂਪ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਸੂਰਜ ਤੇ ਚੰਦਰਮਾ ਜਿਸ ਦੇ ਵਿੱਚ ਦੀਵੇ ਰੱਖੇ ਨੇ, ਸਾਰਾ ਤਾਰਕਾ ਮੰਡਲ ਇਸ ਦੇ ਅੰਦਰ। ਸੋ ਵੱਡੇ ਭਾਰੀ ਵਡਿਆਈ ਵਾਲੇ ਮੋਤੀ ਸ਼ੋਭਨੀਕ ਹੋ ਰਹੇ ਹਨ। ਇਸੇ ਪ੍ਰਕਾਰ ਇੱਥੇ ਜਿੱਥੇ ਵੀ ਪਾਠ ਕਰਨਾ ਮੈਂ ਆਵੇ, ਧਿਆਨ ਦੇ ਨਾਲ ਪੜਨਾ ਤੇ ਕਰਨਾ ਮੈਂ ਉਚਾਰਨਾ ਹੈ, ਬਿੰਦੀ ਲਾ ਕਰਕੇ ਮੈਂ ਨਹੀਂ ਉਚਾਰਨਾ, ਨਹੀਂ ਤਾਂ ਅਰਥ ਦਾ ਅਨਰਥ ਹੋ ਜਾਵੇਗਾ। ਕਰੁਣਾ ਮੈਂ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਦਾ, ਕਿਰਪਾਲਤਾ ਦਾ ਹੀ ਸਰੂਪ ਹੈ, ਸਰਬ ਕਲਾ ਸਮਰੱਥ ਹੈ, ਸੁਆਮੀ ਮਾਲਕ ਹੈ ਸਾਰਿਆਂ ਬ੍ਰਹਮੰਡਾਂ ਦਾ। ਕਰੋੜਾਂ ਕਰੋੜਾਂ ਬ੍ਰਹਮੰਡ ਜਿਸ ਦੇ ਇੱਕ ਇੱਕ ਰੋਮ ਦੇ ਅੰਦਰ ਵਸਦੇ ਹਨ, ਐਸਾ ਸੁਆਮੀ ਮਾਲਕ ਹੈ। ਘਟ ਘਟ ਪ੍ਰਾਣ ਆਧਾਰੀ, ਹਿਰਦੇ ਹਿਰਦੇ ਦੇ ਅੰਦਰ ਵਸਦਾ ਹੈ, ਸਾਰਿਆਂ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਰੂਪ ਹੈ। ਸਾਧ ਸੰਗਤ ਜੀ ਇਸੇ ਪ੍ਰਕਾਰ ਇੱਕ ਵੀ ਸਾਹ ਰੁਕ ਜਾਵੇ ਤੇ ਘਬਰਾਹਟ ਹੋਣ ਲੱਗਦੀ ਹੈ। ਸਾਰਿਆਂ ਸਵਾਸਾਂ ਦਾ ਦਾਤਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ। ਵਸਦਾ ਕਿੱਥੇ ਹੈ ਜੀ? ਘਟ ਘਟ ਹਿਰਦੇ ਹਿਰਦੇ ਦੇ ਅੰਦਰ ਵਸਦਾ ਹੈ, ਜੋ ਪ੍ਰਾਣਾ ਦਾ ਆਸਰਾ ਸਰੂਪ ਹੈ। ਐਸੇ ਪ੍ਰਮਾਤਮਾ ਜੀ ਦੇ ਨਾਮ ਨੂੰ ਮੇਰਿਆ ਮਨਾ ਜਪਣਾ ਕਰ। ਇਹ ਜਿਹੜੇ ਸਵਾਸ ਆਉਂਦੇ ਨੇ ਨਾ, ਅਕਾਲ ਪੁਰਖ ਵਾਹਿਗੁਰੂ ਜੀ ਇਹਨਾਂ ਦਾ ਆਸਰਾ ਹੈ। ਵਾਹਿਗੁਰੂ ਜੀ ਦੇ ਆਸਰੇ ਤੋਂ ਬਿਨਾਂ ਫਿਰ ਆਕਸੀਜਨ ਲੱਗੀ ਦੀ ਲੱਗੀ ਰਹਿ ਜਾਂਦੀ ਹੈ ਤੇ ਪ੍ਰਾਣ ਪੰਖੇਰੂ ਸਰੀਰ ਚੋਂ ਉਡਾਰੀ ਮਾਰ ਜਾਂਦੇ ਨੇ।
ਉਦੋਂ ਤੱਕ ਹੀ ਚੱਲਦੇ ਨੇ ਜਦੋਂ ਤੱਕ ਵਾਹਿਗੁਰੂ ਜੀ ਨੇ ਆਸਰਾ ਦਿੱਤਾ ਹੈ। ਨਹੀਂ ਤੇ ਡਾਕਟਰਾਂ ਦੀਆਂ ਟੀਮਾਂ ਖੜੀਆਂ ਰਹਿ ਜਾਂਦੀਆਂ ਨੇ, ਮਸ਼ੀਨਾਂ ਲੱਗੀਆਂ ਰਹਿ ਜਾਂਦੀਆਂ ਨੇ, ਨਬਜ਼ਾਂ ਫੜੀਆਂ ਦੀਆਂ ਫੜੀਆਂ ਹੀ ਰਹਿ ਜਾਂਦੀਆਂ ਨੇ, ਫਿਰ ਨਹੀਂ ਅਗਲਾ ਸਾਹ ਆਉਂਦਾ। ਫਿਰ ਤੇ ਸਿਕੰਦਰ ਵਾਂਗੂ ਸਾਰਾ ਰਾਜ ਵੀ ਦੇਣਾ ਕਰੇ ਤੇ ਥੋੜੇ ਜਿਹੇ ਵੀ ਜਿਹੜੇ ਸਾਹ ਹਨ ਉਹ ਮੁੱਲ ਨਹੀਂ ਮਿਲਦੇ। ਐਸੇ ਸਵਾਸਾਂ ਦਾ ਦਾਤਾ ਤੇ ਪ੍ਰਾਣਾ ਦਾ ਆਸਰਾ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਹੈ। ਮੇਰਿਆ ਮਨਾ ਤਿਸ ਦੇ ਨਾਮ ਨੂੰ ਜਪਣਾ ਕਰ। ਪ੍ਰਾਣ ਮਨ ਤਨ ਜੀਅ ਦਾਤਾ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਇਹ ਪ੍ਰਾਣਾ ਦਾ ਵੀ ਦਾਤਾ ਹੈ, ਮਨ ਅਤੇ ਤਨ ਅਤੇ ਜੀਅ ਦਾ ਵੀ ਦਾਤਾ ਹੈ। ਇਹ ਮਨ ਜਿਹੜੀ ਐਸੀ ਸ਼ਕਤੀ ਆ, ਸੰਕਲਪੋ ਵਿਕਲਪੋ ਹੀ ਮਨਾ। ਸਾਧ ਸੰਗਤ ਜੀ, ਮਨ ਚੰਚਲ ਜਿਤਨਾ ਵੱਡਾ ਹੈ ਨਾ, ਇਸ ਦੀ ਤਾਕਤ ਵੀ ਉਨੀ ਹੀ ਜ਼ਿਆਦਾ ਹੈ। ਜ਼ਿਆਦਾ ਤਾਕਤ ਹੋਣ ਕਰਕੇ ਹੀ ਇਹ ਚੰਚਲ ਹੈ। ਜਿਸ ਪ੍ਰਕਾਰ ਘੋੜਾ ਬੜਾ ਬਲਵਾਨ ਹੋਵੇ ਤੇ ਬੜੀ ਚਪਲਤਾਈ ਦੇ ਨਾਲ, ਬੜੀ ਚੰਚਲਤਾ ਦੇ ਨਾਲ, ਬੜੀ ਚਲਾਕੀ ਦੇ ਨਾਲ, ਬੜੀ ਤੀਬਰ ਗਤੀ ਦੇ ਨਾਲ, ਬੜੀ ਤਿੱਖੀ ਚਾਲ ਦੇ ਨਾਲ ਦੌੜਦਾ ਹੈ, ਭੱਜਦਾ ਹੈ, ਕੁੱਦਦਾ ਹੈ, ਉਛਲਦਾ ਹੈ। ਦਸਵੇਂ ਪਾਤਸ਼ਾਹ ਜੀ ਨੇ ਫਰਮਾਨ ਕਰਨਾ ਕੀਤਾ ਹੈ ਨਾ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਇਹ ਚੰਚਲ ਘੋੜਿਆਂ ਦੀ ਬਾਤ ਹੈ ਜਿਹੜੇ ਹਵਾ ਦੇ ਵੇਗ ਨੂੰ ਪਿੱਛੇ ਛੱਡ ਜਾਂਦੇ ਨੇ। ਪਰ ਜਿਹੜਾ ਘੋੜਾ ਮਰੀਅਲ ਜਿਹਾ ਹੋਵੇਗਾ, ਬਿਮਾਰ ਹੋਵੇਗਾ, ਢਿੱਡੋਂ ਭੁੱਖਾ ਹੋਵੇਗਾ, ਹੱਡੀਆਂ ਖੜਕਦੀਆਂ ਹੋਣਗੀਆਂ, ਪ੍ਰਾਣਾਂ 'ਚ ਜਾਨ ਨਾ ਹੋਵੇਗੀ, ਅਸਵਾਰ ਨੂੰ ਚੁੱਕ ਕੇ ਕਿੱਥੋਂ ਦੌੜ ਲੈਣਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਵੇਂ ਬਲਵਾਨ ਘੋੜਾ ਹੀ ਚੰਚਲਤਾ ਦੇ ਸਹਿਤ ਦੌੜਦਾ ਹੈ, ਮਨ ਅਤਿਅੰਤ ਬਲਵਾਨ ਹੈ, ਇਸ ਕਰਕੇ ਸਦਾ ਚੰਚਲ ਹੋਇਆ ਰਹਿੰਦਾ ਹੈ। ਇਸ ਦਾ ਕੋਈ ਇੱਕ ਪੱਖ ਨਹੀਂ, ਬੇਅੰਤ ਪੱਖ ਨੇ। ਤੇ ਬੇਅੰਤ ਪੱਖਾਂ ਦੇ ਵਿੱਚੋਂ ਇੱਕ ਪੱਖ ਇਹ ਹੈ, ਮਨ ਬਲਵਾਨ ਬੜਾ ਹੈ। ਇੰਨਾ ਜ਼ਿਆਦਾ ਬਲਵਾਨ ਹੈ, ਜਦੋਂ ਟਿਕ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਜੀਵ ਸੁਰਤ ਜੋੜ ਕੇ ਵਾਹਿਗੁਰੂ ਨੂੰ ਯਾਦ ਕਰਦਾ ਨਾ, ਤੇ ਮਨ ਐਸੀ ਪ੍ਰਬਲ ਸ਼ਕਤੀ ਏ, ਵਾਹਿਗੁਰੂ ਜੀ ਦੇ ਹਿਰਦੇ ਨੂੰ ਵੀ ਧੂਹ ਪਾਉਂਦੀ ਏ। ਵਾਹਿਗੁਰੂ ਜੀ ਦੇ ਮਨ ਦੇ ਪੁਕਾਰੇ ਹੋਏ ਖਿੱਚੇ ਆਉਂਦੇ ਨੇ। ਜਿਹੜੇ ਵਾਹਿਗੁਰੂ ਜੀ ਅਦ੍ਰਿਸ਼ ਨੇ, ਜਿਹੜੇ ਵਾਹਿਗੁਰੂ ਜੀ ਨਿਰਗੁਣ ਸਰੂਪ ਨੇ, ਤੇ ਇਸ ਵਾਹਿਗੁਰੂ ਜੀ ਦੇ ਹਿਰਦੇ ਨੂੰ ਧੂਹ ਪਾ ਲੈਣੀ, ਇਹ ਕਿਸੇ ਛੋਟੀ ਸ਼ਕਤੀ ਦਾ ਕਮਾਲ ਤੇ ਨਹੀਂ ਨਾ ਹੋ ਸਕਦਾ। ਜੇ ਇਹ ਕ੍ਰਿਸ਼ਮਾ ਵਾਪਰਦਾ ਹੈ ਤੇ ਨਿਸ਼ਚੇ ਦੇ ਸਹਿਤ ਜਾਣਨਾ ਕਰੀਏ, ਉਹ ਸ਼ਕਤੀ ਬਹੁਤ ਵੱਡੀ ਏ ਜਿਹੜੀ ਵਾਹਿਗੁਰੂ ਜੀ ਦੇ ਹਿਰਦੇ ਨੂੰ ਪ੍ਰੇਮ ਦੀ ਖਿੱਚ ਪਾ ਕੇ ਖਿੱਚ ਲੈਂਦੀ ਏ। ਤੇ ਸਾਧ ਸੰਗਤ ਜੀ, ਐਸਾ ਹੈ ਮਨ ਬਲਵਾਨ ਜਿਹੜਾ ਸੰਕਲਪਾਂ ਨੂੰ ਵਿਕਲਪਾਂ ਨੂੰ ਹਰ ਵੇਲੇ ਉਠਾਉਂਦਾ ਰਹਿੰਦਾ ਹੈ। ਮਹਾ ਸ਼ਕਤੀਸ਼ਾਲੀ ਹੈ, ਬਲਵਾਨ ਹੈ। ਸੋ ਜੋ ਕੁਝ ਵੀ ਦੁਨੀਆ ਦੇ ਅੰਦਰ ਨਜ਼ਰ ਆਉਂਦਾ ਨਾ, ਇਹ ਸਭ ਕੁਝ ਮਨਾਂ ਦੇ ਸੰਕਲਪਾਂ ਵਿਕਲਪਾਂ ਦੁਆਰਾ ਹੀ ਹੋਇਆ ਹੈ। ਪਹਿਲਾਂ ਮਨ ਨੇ ਸੰਕਲਪ ਕੀਤਾ ਇਤਨੀ ਉੱਚੀ ਇਮਾਰਤ ਬਣਾ ਦਈਏ, ਫਿਰ ਬਣੀ ਨਾ। ਮਨ ਨੇ ਸੰਕਲਪ ਕੀਤਾ ਕਾਰ ਬਣਾਈਏ, ਮਨ ਨੇ ਸੰਕਲਪ ਕੀਤਾ ਜਹਾਜ਼ ਬਣਾਈਏ, ਰੇਲ ਗੱਡੀ ਬਣਾਈਏ, ਟੈਲੀਫੋਨ ਬਣਾਈਏ, ਮੋਬਾਈਲ ਬਣਾਈਏ, ਵਾਇਰਲੈਸ ਬਣਾਈਏ, ਰੇਡੀਓ ਬਣਾਈਏ, ਸੰਚਾਰ ਦੇ ਸਾਧਨ ਬਣਾਈਏ। ਜਿਤਨੀ ਵੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ, ਪਹਿਲਾਂ ਕਿਸੇ ਨਾ ਕਿਸੇ ਮਨ ਦੇ ਅੰਦਰ ਸੰਕਲਪ ਆਇਆ ਹੈ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਰਸ਼ਨ ਕਰਨ ਵਾਸਤੇ ਆਏ। ਸਤਿਗੁਰੂ ਜੀ ਦੇ ਮੁਕਾਮ ਦੇ ਦਰਸ਼ਨ ਆ ਕਰਕੇ ਕਰਨਾ ਕੀਤੇ, ਮਨ ਵਿੱਚ ਸੰਕਲਪ ਆਇਆ ਨਾ, ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਬਣਾਇਆ ਜਾਵੇ। ਪਹਿਲਾ ਸੰਕਲਪ ਆਇਆ, ਫਿਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਤਿਸ ਤੋਂ ਸੇਵਾ ਲਈ, ਫਿਰ ਦਰਬਾਰ ਬਣਿਆ ਹੈ। ਦੁਨੀਆ ਦੇ ਅੰਦਰ ਜੋ ਕੁਝ ਵੀ ਨਜ਼ਰ ਆਉਂਦਾ, ਇਹ ਮਨ ਦਾ ਸੰਕਲਪ ਹੈ। ਪਹਿਲਾਂ ਮਨ ਨੇ ਸੰਕਲਪ ਕੀਤਾ, ਫਿਰ ਮਨ ਨੇ ਨਿਸ਼ਚਾ ਕਰਕੇ ਸਹਿਤ ਸਰੀਰ ਦੇ ਯਤਨ ਕੀਤਾ, ਫਿਰ ਉਸ ਦੀ ਹੋਂਦ ਜਿਹੜੀ ਦੁਨੀਆ ਦੇ ਅੰਦਰ ਪ੍ਰਗਟ ਹੁੰਦੀ ਏ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਪੰਜ ਤੱਤਾਂ ਦਾ ਸਰੀਰ ਹੈ। ਜਿਸ ਸਰੀਰ ਨੂੰ ਦੇਵਤੇ ਵੀ ਲੋਚਦੇ ਹਨ, ਤਰਸਦੇ ਹਨ, ਵਿਲਕਦੇ ਹਨ, ਤੜਫਦੇ ਹਨ, ਇੱਛਾ ਕਰਦੇ ਹਨ ਸਾਨੂੰ ਸਰੀਰ ਦੀ ਦਾਤ ਮਿਲ ਜਾਵੇ, ਮਨੁੱਖਾ ਸਰੀਰ ਮਿਲ ਜਾਵੇ, ਵਾਹਿਗੁਰੂ ਜੀ ਦਾ ਨਾਮ ਜਪ ਕੇ ਸਫਲੇ ਹੋ ਜਾਈਏ। ਪਰ ਸਾਧ ਸੰਗਤ ਜੀ, ਐਸਾ ਮੂਲਕ ਮਨੁੱਖਾ ਸਰੀਰ ਜਿਨ੍ਹਾਂ ਦੇਵਤਿਆਂ ਨੂੰ ਵੀ ਪ੍ਰਾਪਤ ਨਹੀਂ ਹੋ ਰਿਹਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਪ੍ਰਾਣ ਜਿਹੜੇ ਸਾਹ ਨੇ, ਇੱਕ ਇੱਕ ਸਵਾਸ ਐਸਾ ਕੀਮਤੀ ਹੈ, ਜਦੋਂ ਮੁੱਕ ਜਾਣ ਲੱਖਾਂ ਰੁਪਏ ਡਾਕਟਰਾਂ ਦੇ ਅੱਗੇ ਢੇਰ ਕਰ ਦਿਓ, ਫਿਰ ਦੂਜਾ ਸਾਹ ਵੀ ਮੁੱਲ ਨਹੀਂ ਦੇ ਸਕਦੇ। ਜਿਹੜਾ ਵਾਹਿਗੁਰੂ ਜੀ ਦੇ ਆਸਰੇ ਦੇ ਨਾਲ ਇੱਕ ਆ ਗਿਆ, ਬਸ ਉਹੀ ਆਪਣਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਜੋ ਵਾਹਿਗੁਰੂ ਹੈ ਨਾ, ਉਹ ਪ੍ਰਾਣਾ ਦਾ ਵੀ ਦਾਤਾ ਹੈ। ਜਿਹੜਾ ਐਸਾ ਸ਼ਕਤੀਸ਼ਾਲੀ ਮਨ ਹੈ, ਇਹ ਮਨ ਵੀ ਵਾਹਿਗੁਰੂ ਜੀ ਨੇ ਦੇਣਾ ਕੀਤਾ ਹੈ, ਮਨ ਦਾ ਵੀ ਦਾਤਾ ਹੈ। ਇਸੇ ਪ੍ਰਕਾਰ ਮਨ ਦਾ ਅਰਥ ਹੈ ਸ਼੍ਰੋਮਣੀ। ਭਾਈ ਇਹ ਜਿਹੜਾ ਸ਼੍ਰੋਮਣੀ ਫੁਰਨਿਆਂ ਨੂੰ ਦੇਣੇ ਵਾਲਾ, ਭਗਤੀ ਦੇ ਸੰਕਲਪ ਨੂੰ ਦੇਣੇ ਵਾਲਾ ਵੀ ਵਾਹਿਗੁਰੂ ਪਰਮ ਪਿਤਾ ਪ੍ਰਮਾਤਮਾ ਹੈ। ਜਿਹੜਾ ਤਨ ਦੁਰਲਭ ਹੈ, ਇਹ ਤਨ ਵੀ ਅਮੋਲਕ ਸਰੀਰ ਵਾਹਿਗੁਰੂ ਜੀ ਦੇਣ ਵਾਲੇ ਨੇ। ਜੀਅ ਦਾਤਾ, ਸਾਰਿਆਂ ਜੀਵਾਂ ਨੂੰ ਮਨ ਦੇਣੇ ਵਾਲਾ, ਸਰੀਰ ਦੇਣੇ ਵਾਲਾ, ਦਾਤਾ ਦੇਣੇ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਬੇਅੰਤ ਅਗਮ ਅਪਾਰੋ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਬੇਅੰਤ ਸਰੂਪ ਹੈ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ।
बड़े बड़े मुन देवते कई जोग तिनी तन ताया, किनी तेरा अंत ना पाया। बेअंत स्वरूप है अनेक रूप खिन माहे, कुदरत धारदा। सो इसे प्रकार अनेक है फिर एक है। एक ਸਰੂਪ ਹੁੰਦਿਆ ਹੋਇਆ ਬੇਅੰਤ ਸਰੂਪਾਂ ਨੂੰ ਧਾਰਦਾ ਬੇਅੰਤ ਸਰੂਪ ਹੈ। ਬੇਅੰਤ ਜੀਵਾਂ ਨੂੰ ਪੈਦਾ ਕਰਦਾ ਹੈ, ਬੇਅੰਤ ਬਖਸ਼ਿਸ਼ਾਂ ਦਾ ਭੰਡਾਰ ਹੈ, ਬੇਅੰਤ ਰਹਿਮਤਾਂ ਦੇ ਕਰਨ ਵਾਲਾ ਬੇਅੰਤ ਸਰੂਪ ਹੈ। ਅਗਮ ਮਨ ਕਰਕੇ ਵੀ ਤਿਸ ਤੱਕ ਗਮਤਾ ਨਹੀਂ ਹੁੰਦੀ, ਅਸ਼ੁੱਧ ਮਨ ਕਰਕੇ, ਮੈਲੇ ਮਨ ਕਰਕੇ ਜਿਸ ਤੱਕ ਗਮਤਾ ਨਹੀਂ ਹੁੰਦੀ, ਸੋ ਗੁਰ ਪਰਮੇਸ਼ਰ ਜੀ ਹੀ ਕਿਰਪਾ ਕਰਕੇ ਜਿਸ ਨੂੰ ਜਣਾਉਂਦੇ ਹਨ। ਸੋ ਅਪਾਰੋ ਪਾਰਾਵਾਰ ਤੋਂ ਰਹਿਤ ਹੈ, ਜਿਸ ਦੇ ਉਰਵਾਰ ਪਾਰ ਦਾ ਅੰਤ ਨਹੀਂ ਆਉਂਦਾ। ਮੇਰਿਆ ਮਨਾ ਐਸੇ ਪ੍ਰਮਾਤਮਾ ਜੀ ਦੇ ਨਾਮ ਨੂੰ ਤੂੰ ਜਪਣਾ ਕਰ। ਸ਼ਰਨ ਜੋਗ ਸਮਰਥ ਮੋਹਨ, ਸ਼ਰਨ ਵਿੱਚ ਪਿਆਂ ਦੀ ਰੱਖਿਆ ਕਰਨੇ ਦੇ ਯੋਗ ਹੈ, ਸਰਨ ਪ੍ਰਤ ਪਾਲਕ ਹੈ, ਸਰਬ ਕਲਾ ਸਮਰੱਥ ਹੈ, ਮੋਹਨ ਮਨ ਨੂੰ ਮੋਹ ਲੈਣ ਵਾਲਾ ਹੈ। ਮੋਹਨ ਪਿਆਰਿਆਂ ਦੇ ਹਿਰਦੇ ਵਿੱਚੋਂ ਮੋਹ ਦਾ ਹਨ ਨਾਸ਼ ਕਰਨੇ ਵਾਲਾ ਹੈ। ਮੋਹਨ ਜਿਹੜੇ ਨਾਮ ਨੂੰ ਜਪਦੇ ਨੇ ਤਿਨਾਂ ਨੂੰ ਮੋਹ ਨਹੀਂ ਵਿਆਪਦਾ। ਸਰਬ ਦੁਖ ਬਿਦਾਰੋ, ਸਾਰਿਆਂ ਹੀ ਰੋਗਾਂ ਨੂੰ ਬਿਦਾਰੋ, ਨਾਸ਼ ਕਰ ਲਵੋ ਤਿਸ ਦੇ ਨਾਮ ਨੂੰ ਜਪ ਕਰਕੇ। ਰੋਗ ਸ਼ੋਗ ਸਭ ਦੁਖ ਬਿਨਸਹਿ, ਜਿਸ ਦਾ ਨਾਮ ਜਪਣ ਦੇ ਨਾਲ ਸਰੀਰ ਦੇ ਜਿਹੜੇ ਰੋਗ ਨੇ ਮਿਟ ਜਾਂਦੇ ਨੇ, ਮਨ ਦੇ ਜਿਹੜੇ ਸੋਗ ਨੇ ਇਹ ਵੀ ਸਾਰੇ ਮਿਟ ਜਾਂਦੇ ਨੇ। ਦੋਖ ਦਾ ਭਾਵ ਹੈ ਦੋਸ਼ ਗੁਨਾਹ, ਸਾਰੇ ਦੋਸ਼ਾਂ ਦਾ ਵੀ ਨਾਸ ਹੋ ਜਾਂਦਾ ਹੈ। ਜਪਤ ਨਾਮ ਮੁਰਾਰੀ, ਸੋ ਮੁਰਾਰੀ ਮੁਰ ਇਤਿਆਦਿਕ ਦੈਂਤਾਂ ਦੇ ਮਾਰਨੇ ਵਾਲਾ ਜੋ ਕੀਰਤਮ ਨਾਮ ਮੁਰਾਰੀ ਹੈ, ਐਸੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰੀਏ। ਮੰਤ ਨਾਨਕ ਕਰੋ ਕਿਰਪਾ। ਹਜ਼ੂਰ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਬੇਨਤੀਆਂ ਕਰਨੇ ਦੀ ਜਾਚ ਸਿਖਾਉਂਦੇ ਨੇ। ਸਿੱਖੋ ਸਦਾ ਬੇਨਤੀਆਂ ਕਰਦੇ ਰਹਿਣਾ। ਹਰੀ ਅਕਾਲ ਪੁਰਖ ਵਾਹਿਗੁਰੂ ਅਥਵਾ ਗੁਰ ਪਰਮੇਸ਼ਰ ਜੀ ਸਾਡੇ ਉੱਪਰ ਆਪ ਜੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ। ਸਮਰੱਥ ਸਭ ਕਲ ਧਾਰੀ, ਆਪ ਜੀ ਸਰਬ ਕਲਾ ਸਮਰੱਥ ਹੋ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਭ ਕਲ ਧਾਰੀ, ਸਾਰੀਆਂ ਕਲਾਂ ਦੇ ਸ਼ਕਤੀਆਂ ਦੇ ਧਾਰਨ ਵਾਲੇ ਹੋ ਆਪ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਆਪਣੇ ਨਾਮ ਸਿਮਰਨ, ਸੇਵਾ ਸਿਮਰਨ, ਭਜਨ ਬੰਦਗੀ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਨਾਲ ਜੋੜ ਲਵੋ। ਮਹਾਰਾਜ ਅਸੀਂ ਪਤਿਤ ਹਾਂ, ਆਪ ਜੀ ਪੁਨੀਤ ਹੋ, ਸਾਨੂੰ ਪਤਿਤਾਂ ਨੂੰ ਕਿਰਪਾਲਤਾ ਕਰਕੇ ਪੁਨੀਤ ਕਰ ਲਵੋ, ਸਾਡਾ ਉਧਾਰ ਕਰ ਦਵੋ ਜੀ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ੰਤ ਦੁਆਰਾ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਨੇ। ਸਾਧ ਸੰਗਤ ਜੀ 3 ਪੌੜੀਆਂ ਦੀ ਅਖਰੀ ਵਿਚਾਰ ਕੀਤੀ ਗਈ ਹੈ। ਰਹਿੰਦੀ ਹੋਈ ਚੌਥੀ ਪੌੜੀ ਦੀ ਕੱਲ ਦੇ ਦੀਵਾਨ ਦੇ ਅੰਦਰ ਵਿਚਾਰ ਕਰਾਂਗੇ। ਸਤਿਗੁਰਾਂ ਦੇ ਚਰਨਾਂ ਵਿਖੇ ਅਰਜ਼ੋਈ ਕਰੀਏ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਚਰਨ ਕਮਲਾਂ ਵਿਖੇ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਹਾਜ਼ਰੀਆਂ ਦਰ ਪ੍ਰਵਾਨ ਕਰੋ। ਜੋ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਕਥਨ ਵਿਖਿਆਨ ਕੀਤਾ ਹੈ, ਸਰਵਣ ਕੀਤਾ ਹੈ, ਸਾਡੇ ਹਿਰਦਿਆਂ ਦੇ ਅੰਦਰ ਵਸਾ ਦੇਵੋ। ਗੁਰਮੁਖ ਨਾਮਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ ਵਾਲਾ ਜੀਵਨ ਬਖਸ਼ ਕਰਕੇ ਸੇਵਾ ਸਿਮਰਨ ਭਜਨ ਬੰਦਗੀ ਨਾਮ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਚਰਨਾਂ ਦੇ ਨਾਲ ਜੋੜ ਕਰਕੇ ਰੱਖੋ ਜੀ। ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ, ਯਾਤਰਾ ਸਫਲ ਕਰਨੀਆਂ, ਭੁੱਲ ਚੁੱਕ ਦੀ ਖਿਮਾ। ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਰੋਗ ਸ਼ੋਗ ਸਭ ਦੁਖ ਬਿਨਸਹਿ, ਜਪਤ ਨਾਮ ਮੁਰਾਰੀ। ਬਿਨਵੰਤ ਨਾਨਕ ਕਰਹੁ ਕਿਰਪਾ, ਸਮਰੱਥ ਸਭ ਕਲ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਸਰੋ ਮੈਂ, ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹਿਐ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ।
ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੈ ਪਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੈਕਾਰ ਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰਬਰ ਅਕਾਲ ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ, ਸੱਚੇ ਪਾਤਸ਼ਾਹ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਿਤੀ 20/1/2021 ਨੂੰ ਮਨਾਇਆ ਜਾ ਰਿਹਾ ਹੈ। ਇਸ ਪੁਰਬ ਤੇ ਵਿਸ਼ੇਸ਼ ਤੌਰ ਤੇ ਪੇੜੇ ਪ੍ਰਸ਼ਾਦ ਦਾ ਭੋਗ ਲੱਗਦਾ ਹੈ। ਜਿਨ੍ਹਾਂ ਸੰਗਤਾਂ ਨੇ ਪੇੜੇ ਪ੍ਰਸ਼ਾਦ ਕਰਵਾਉਣਾ ਹੋਵੇ ਤਾਂ ਉਹ ਮਿਤੀ ਅੱਜ ਤੋਂ ਕੱਲ ਤੋਂ ਜੋ ਹਨ ਪਰਚੀਆਂ ਸਟਾਰਟ ਹੋ ਗਈਆਂ ਹਨ। 17/1/2021 ਤੋਂ 20/1/2021 ਤੱਕ ਰਾਤ 1 ਵਜੇ ਤੱਕ ਲਿਖਾਰੀ ਕਾਊਂਟਰ ਤੋਂ ਰਸੀਦਾਂ ਪ੍ਰਾਪਤ ਕਰ ਸਕਦੇ ਹਨ ਜੀ। ਜੋ ਪੇੜੇ ਪ੍ਰਸ਼ਾਦ ਹੈ ਇਹ ਗੁਰਪੁਰਬ ਵਾਲੇ ਦਿਨ 7:30 ਵਜੇ ਦਿੱਤਾ ਜਾਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।